ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਖਗ ਖੰਡ ਵਿਹੰਡੰ ਖਲਦਲ ਖੰਡੰ ਯਤਰਨ ਮੰਡੰ ਭਰ ਭੰਡੰ ਭੁਜ ਦਾੰਡੀ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਧਰਨੰ ਕਿਲ ਵਿਖੇ ਹਰਨੰ ਯਾ ਸਰਨੰ ਜੈ ਜੈ ਜੈਕਾਰਨ ਸ੍ਰਿਸ਼ਟਿ ਉਬਾਰਨ ਮਹਾਂ ਪ੍ਰਤਪਾਰਨ ਜੈ ਤੇਗੰ ਧਨ ਜੀਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਗਿਆਨੈ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰੈ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਨ ਕਿਆ ਰਦਿਆਲ ਦਾਸ ਭਾਮਨ ਕੇਤਕ ਚਿਰ ਮੈਂ ਗਮਨਿਓ ਭਉਨ। ਸੋਨ ਕਰ ਦਿਆਲ ਦਾਸ ਭਾਮਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਇਸ ਸ਼ਹੀਦਾਂ ਦੇ ਪਵਿੱਤਰ ਅਸਥਾਨ 'ਤੇ ਜੁੜ ਮਿਲ ਬੈਠ ਕਰਕੇ ਇਤਿਹਾਸ ਦੀ ਕਥਾ ਵਿਚਾਰ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ। ਅੱਜ ਅਨੋਖੇ ਸ਼ਹੀਦ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਬਾਬਾ ਜੀ ਦਾ ਜੋ ਜਨਮ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਨਗਰ ਪਹੂਵਿੰਡ ਦੇ ਵਿੱਚ 1682 ਈਸਵੀ ਨੂੰ ਸੰਧੂ ਗੋਤ ਦੇ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਹੋਇਆ। ਗੁਰਸਿੱਖੀ ਇਹਨਾਂ ਨੂੰ ਵਿਰਾਸਤ ਦੇ ਵਿੱਚੋਂ ਮਿਲੀ। ਸ਼ੁਰੂ ਤੋਂ ਹੀ ਭਗਤੀ ਭਾਵ ਵਾਲੇ ਸਨ। ਛੋਟੀ ਉਮਰ ਦੇ ਵਿੱਚ ਹੀ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੋਈ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਪਿਤਾ ਇਹਨਾਂ ਨੂੰ ਉੱਥੇ ਚੜ੍ਹਾ ਆਏ, ਛੱਡ ਆਏ। ਉੱਥੇ ਰਹਿ ਕੇ ਹੀ ਬਾਬਾ ਜੀ ਨੇ ਅੰਮ੍ਰਿਤਪਾਨ ਕੀਤਾ, ਸ਼ਸਤਰ ਵਿਦਿਆ ਦਾ ਅਭਿਆਸ ਕੀਤਾ, ਗੁਰਮਤਿ ਵਿਦਿਆ ਦੀ ਪ੍ਰਾਪਤੀ ਕੀਤੀ। ਇਉਂ ਚੜ੍ਹਦੀ ਕਲਾ ਦੇ ਸਹਿਤ ਉੱਥੇ ਗੁਰਬਾਣੀ ਦੇ ਵਿੱਚ ਨਿਪੁੰਨ ਹੋਏ। ਗੁਰੂ ਘਰ ਦੀਆਂ ਸੇਵਾਵਾਂ ਗੁਰੂ ਜੀ ਦੇ ਹੁਕਮ ਮੁਤਾਬਕ ਨਿਭਾਉਂਦੇ ਰਹੇ। ਜਿਸ ਵਕਤ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ ਹੈ, ਗੁਰੂ ਜੀ ਨੇ ਆਪ ਹੁਕਮ ਕਰਕੇ ਇਹਨਾਂ ਨੂੰ ਪਿੰਡ ਜਾਣ ਵਾਸਤੇ ਬਚਨ ਕਰ ਦਿੱਤਾ। ਉੱਥੋਂ ਇਹ ਆਪਦੇ ਪਿੰਡ ਆ ਕੇ ਰਹਿਣ ਲੱਗ ਪਏ ਸਨ। ਜਿਸ ਵਕਤ ਗੁਰੂ ਸਾਹਿਬ ਜੀ ਚਮਕੌਰ ਦੀ ਜੰਗ ਮਾਛੀਵਾੜੇ ਰਾਹੀਂ ਮੁਕਤਸਰ ਸਾਹਿਬ, ਟੁੱਟੀ ਗੰਢੀ ਸਾਹਿਬ, 40 ਮੁਕਤਿਆਂ ਨੂੰ ਸਾਧ ਸੰਗਤ ਜੀਓ ਵਾਰ ਦੇ ਕਰਕੇ ਤੇ ਅੱਗੇ ਨੂੰ ਚੱਲੇ ਹਨ। ਤਾਂ ਦਮਦਮਾ ਸਾਹਿਬ ਨੂੰ ਜਾਂਦਿਆਂ ਰਾਹ ਦੇ ਵਿੱਚ ਗੁਰਦੁਆਰਾ ਲੱਖੀ ਜੰਗਲ ਸਾਹਿਬ ਆਉਂਦਾ ਹੈ। ਲੱਖੀ ਜੰਗਲ ਖਾਲਸਾ ਆਏ ਦੀਦਾਰ ਦਿੱਤੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਕਾਹੋ ਮਤੋ ਨੇ, ਕਿਸੇ ਨਾਲ ਨ ਰਲੀਆਂ ਕਾਈ। ਤੇ ਤਾਹੀ ਸ਼ੁਕਰ ਕੀਤੋ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਹੀ ਸ਼ੁਕਰ ਕੀਤੋ ਨੇ। ਇਹ ਉੱਥੇ ਸਾਧੂ ਵਿਚਾਰਿਆ। ਬਾਬਾ ਦੀਪ ਸਿੰਘ ਸਾਹਿਬ ਜੀ ਕਈ ਤਾਂ ਕਹਿੰਦੇ 1 ਲੱਖ ਸੰਗਤ ਨਾਲ ਲੈ ਕੇ ਗੁਰੂ ਜੀ ਨੂੰ ਮਿਲੇ। ਇਹਨਾਂ ਨੂੰ ਜਦ ਗੁਰੂ ਸਾਹਿਬ ਜੀ ਬਾਬਤ ਪਤਾ ਲੱਗਾ, ਆਖਿਆ ਆਓ ਸੰਗਤ ਜੀ ਆਪਾਂ ਸਾਹਿਬਾਂ ਦੇ ਦਰਸ਼ਨ ਪਾਏ। ਲੱਖ ਨੂੰ ਬਹੁ ਗਿਣਤੀ 'ਚ ਦਰਸ਼ਨ ਹੋਏ ਨੇ, ਜਿਉ ਆਇਆ। ਉੱਥੇ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਜੀ ਦਾ ਸਾਰਾ ਹਾਲ ਚਾਲ ਪੁੱਛਿਆ। ਆਖਿਆ ਮਹਾਰਾਜ ਜਿਹੜਾ ਮਾਛੀਵਾੜੇ ਆਪਣੀ ਸ਼ਬਦ ਉਚਾਰਿਆ ਮੈਂ ਸੁਣਿਆ, ਕਰੀ ਫਿਰ ਸੁਣਾਓ। ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਭਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਕੀੜਿਆਂ ਦਾ ਰਹਿਣਾ। ਇਹ ਪਹਿਲਾਂ ਫਕੀਰਾਂ ਅੱਖਰ ਸੀਗਾ, ਮੁਰੀਦਾਂ ਨਹੀਂ ਸੀਗਾ। ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਉਚਾਰਿਆ ਸੀ ਗੁਰੂ ਗੋਬਿੰਦ ਸਿੰਘ ਨੇ। ਬਾਬਾ ਜੀ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮਹਾਰਾਜ ਆਹ ਅੱਖਰ ਜਿਹੜਾ ਹੈ ਆਪ ਜੀ ਨੂੰ ਫੱਬਦਾ ਨਹੀਂ, ਸੋਭਦਾ ਨਹੀਂ। ਸਾਡਾ ਗੁਰੂ ਪਾਤਸ਼ਾਹ ਫਕੀਰ ਨਹੀਂ ਹੈ, ਉਹ ਤਾਂ ਸ਼ਹਿਨਸ਼ਾਹ ਪਿਤਾ ਹੈ। ਤੁਸੀਂ ਮੁਰੀਦ ਕਹਿ ਸਕਦੇ ਹੋ, ਫਕੀਰ ਅੱਖਰ ਨਹੀਂ। ਫਕੀਰ ਤੇ ਮੰਗਦਿਆਂ ਮੰਗਦਿਆਂ ਲਈ ਹੁੰਦਾ ਹੈ। ਤੁਸੀਂ ਤਾਂ ਦਾਤੇ ਹੋ, ਇਹ ਅੱਖਰ ਬਦਲ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਅਵਸਥਾ 'ਚ ਸ਼ਬਦ ਉਚਾਰਿਆ ਉਦੋਂ ਆਪਣਾ ਇਸ ਤਰ੍ਹਾਂ ਦਾ ਹਿਸਾਬ ਸੀ। ਮਹਾਰਾਜ ਕਹਿੰਦੇ, ਬਾਬਾ ਜੀ ਕਹਿੰਦੇ ਨਹੀਂ, ਇਹ ਅੱਖਰ ਚੇਂਜ ਕਰ ਦਿਓ। ਸਾਹਿਬ ਕਹਿਣ ਲੱਗੇ ਵੇਖ ਲਓ ਫਿਰ ਕੁਰਬਾਨੀ ਕਰਨੀ ਪਏਗੀ। ਕਹਿੰਦੇ ਜੀ ਸਤ ਬਚਨ ਉਦੋਂ ਹੀ ਬਚਨ ਹੋਇਆ ਸੀ। ਫਿਰ ਬਾਬਾ ਜੀ ਦੇ ਕਹਿਣ ਤੋਂ ਗੁਰੂ ਸਾਹਿਬ ਨੇ ਮੁਰੀਦ ਅੱਖਰ ਬਦਲਿਆ। ਪਹਿਲੀ ਵਾਰ ਮਿੱਤਰ ਪਿਆਰੇ ਨੂੰ ਸ਼ਬਦ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜੇ ਉਚਾਰਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਉਹਨਾਂ ਨੂੰ ਮੈਸੇਜ ਦਿੱਤਾ ਵੀ ਸਾਡਾ ਮੈਸੇਜ ਤੁਸੀਂ ਚੱਲੇ ਹੋ, ਵਾਹਿਗੁਰੂ ਜੀ ਦੇ ਚਰਨਾਂ 'ਚ ਪਹੁੰਚਾ ਦੇਣਾ। ਦੂਸਰੀ ਵਾਰ ਇਹ ਸ਼ਬਦ ਬਾਬਾ ਦੀਪ ਸਿੰਘ ਜੀ ਦੀ ਬੇਨਤੀ ਕਰਨ ਤੋਂ ਲੱਖੀ ਜੰਗਲ ਉਚਾਰਿਆ। ਇਹ ਮੈਂ ਮਹਾਂਪੁਰਖਾਂ ਦੀ ਰਚਨਾ ਤੋਂ ਸੁਣਿਆ। ਤੀਜੀ ਵਾਰ ਇਹ ਸ਼ਬਦ ਫਿਰ ਹਜੂਰ ਸਾਹਿਬ ਉਚਾਰਿਆ। ਉਦੋਂ ਉਚਾਰਿਆ ਜਦੋਂ ਪੰਜਾਂ ਪਿਆਰਿਆਂ ਦੇ ਜਥੇਦਾਰ
ਪਿਆਰੇ ਦਇਆ ਸਿੰਘ ਸਾਹਿਬ ਨੇ ਸੱਚਖੰਡ ਨੂੰ ਤਿਆਰੀ ਕੀਤੀ। ਮਹਾਰਾਜ ਕਹਿੰਦੇ ਰੁਕ ਜਾਓ ਗੁਰਮੁਖੋ, ਇੱਕ ਮੇਰਾ ਸੁਨੇਹਾ ਲੈਂਦੇ ਜਾਇਓ। ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਤੁਸੀਂ ਵਾਹਿਗੁਰੂ ਜੀ ਨੂੰ ਜਾ ਕੇ ਮੇਰਾ ਸੁਨੇਹਾ ਦੇ ਦਿਓ, ਕਿਉਂਕਿ ਕਿੱਥੋਂ ਤੁਰੇ ਆਨੰਦਪੁਰ ਸਾਹਿਬ ਤੋਂ ਕਿੱਥੇ ਪਹੁੰਚੇ, ਹਾਲ ਮੁਰੀਦਾਂ ਦਾ ਹੀ ਸੀ। ਜਾ ਕੇ ਰੱਬ ਜੀ ਨੂੰ ਕਹਿ ਦੇਣਾ। ਤੋ ਪਿਆਰੇ ਦਇਆ ਸਿੰਘ ਦੇ ਰਾਹੀਂ ਵਾਹਿਗੁਰੂ ਜੀ ਦੇ ਚਰਨਾਂ 'ਚ ਮੈਸੇਜ ਪਹੁੰਚਾਇਆ, 3 ਮਾਰੇ ਸ਼ਬਦ ਉਚਾਰਿਆ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸੰਗਤਾਂ ਵਾਪਸ ਚਲੀ ਗਈ। ਫਿਰ ਇਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਰਹੇ। ਲੱਖੀ ਜੰਗਲ ਦੇ ਨਾਲ ਹੀ ਦਮਦਮਾ ਸਾਹਿਬ ਹੈ, ਜਿੱਥੇ ਅੱਜ ਮਹਾਰਾਜ ਬਿਰਾਜਮਾਨ ਨੇ। ਉੱਥੋਂ ਹੀ ਸਤਿਗੁਰੂ ਜੀ ਨੇ 24 ਸਿੰਘਾਂ ਸਮੇਤ, 25ਵੇਂ ਬਾਬਾ ਦੀਪ ਸਿੰਘ ਸਨ, 24 ਸਿੰਘ ਹੋਰ ਇਹਨਾਂ ਨੂੰ ਨਾਲ ਦਿੱਤੇ ਤੇ ਧੀਰਮਲ ਦੇ ਕੋਲੋਂ ਪਾਵਨ ਸਰੂਪ ਲੈਣ ਵਾਸਤੇ ਭੇਜਿਆ ਸੀ। ਜਦੋਂ ਮਿਲ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਰਥ ਪੜ੍ਹਾਵਾਂਗੀ, ਹੁਣ ਅਰਥ ਪੜ੍ਹਾਓ। ਕਹਿੰਦੇ ਗੁਰੂ ਸਾਹਿਬ ਦਾ ਸਰੂਪ ਦਾ ਧੀਰਮਲ ਕੋਲ ਹੈ, ਜਾਓ ਤੁਸੀਂ ਲੈ ਕੇ ਆਓ। ਤੇ ਬਾਬਾ ਜੀ ਦੀ ਡਿਊਟੀ ਲਾਈ ਸੀ, ਪਰ ਧੀਰਮਲ ਨੇ ਜਵਾਬ ਦੇ ਦਿੱਤਾ, ਬਾਬਾ ਜੀ ਚਾਹੁੰਦੇ ਤਾਂ ਉਸ ਵਕਤ ਗੁਰੂ ਮਹਾਰਾਜ ਜੀ ਦੇ ਹੁਕਮ ਨਾਲ ਸਾਧ ਸੰਗਤ ਜੀਓ ਧੱਕੇ ਦੇ ਨਾਲ ਜ਼ਬਰਦਸਤੀ ਧੀਰਮਲ ਦੇ ਧੌਣ ਤੇ ਗੋਡਾ ਰੱਖ ਕੇ ਲੈ ਸਕਦੇ ਸੀ, ਪਰ ਨਹੀਂ। ਮਹਾਰਾਜ ਕਹਿੰਦੇ ਉਹ ਜਣੇ ਕੋਈ ਨਹੀਂ, ਜੇ ਉਹਨੇ ਆਹ ਗੱਲ ਕੀਤੀ ਹੈ ਤੇ ਹੁਣ ਆਪਾਂ ਇੱਥੇ ਆਪੇ ਹੀ ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਬਾਣੀ ਲਿਖਾਉਂਦੇ ਹਾਂ, ਤੁਸੀਂ ਆਓ ਮੇਰੇ ਕੋਲ ਬੈਠੋ। ਅਰਦਾਸ ਹੋਈ, ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਤੇ ਬਾਬਾ ਜੀ ਉਦੋਂ ਕਲਮਾ ਕੱਢਣ ਦੀ ਸੇਵਾ ਕਰਦੇ ਰਹੇ। ਜੋ ਕੱਤਿਆਂ ਦੀ ਪੂਰਨਮਾਸ਼ੀ ਹੈ, ਉਦੋਂ ਗੁਰੂ ਜੀ ਮਹਾਰਾਜ ਜੀ ਨੇ ਪਾਵਨ ਸਰੂਪ ਲਿਖਾਉਣਾ ਆਰੰਭ ਕੀਤਾ। ਇੱਕੋ ਹੀ ਦਿਨ ਦੇ ਵਿੱਚ ਸ੍ਰੀ ਜਪਜੀ ਸਾਹਿਬ, ਰਹਿ ਰਾਸ ਸੋਦਰ, ਕੀਰਤਨ ਸੋਹਲੇ ਸਹਿਤ, ਜਿਹੜੇ 14 ਕੰਗ ਨੇ, ਉਹ ਸਾਰੀ ਬਾਣੀ ਇੱਕੋ ਦਿਨ 'ਚ ਲਿਖਾ ਦਿੱਤੀ। ਤੇ ਪਿਛਲੇ ਪੈਰ ਯਾਨੀ ਦੁਪਹਿਰ ਤੋਂ ਬਾਅਦ ਲੋਢੇ ਵੇਲੇ ਉਸੇ ਹੀ ਉਚਾਰੀ ਬਾਣੀ ਦੇ ਮਹਾਰਾਜ ਜੀ ਨੇ ਅਰਥ ਕਰਕੇ ਸੁਣਾਏ। ਇਹ ਹੁਣ ਡੇਲੀ ਉਚਾਰਦੇ ਅੰਮ੍ਰਿਤ ਵੇਲੇ 12 ਵਜੇ ਤੋਂ ਪਹਿਲਾਂ, ਤੇ ਫਿਰ ਰੋਟੀ ਪਾਣੀ ਖਾ ਕੇ ਆਰਾਮ ਕਰਦੇ। ਫਿਰ 12 ਵਜੇ ਤੋਂ ਬਾਅਦ 2:30-3 ਵਜੇ ਫਿਰ ਦੀਵਾਨ ਸਜਾਉਂਦੇ, ਉਸੇ ਹੀ ਬਾਣੀ ਦੇ ਅਰਥ ਕਰਕੇ ਸੁਣਾਉਂਦੇ। ਇੰਨੀ ਮਿਹਨਤ ਗੁਰੂ ਸਾਹਿਬ ਨੇ ਕੀਤੀ ਸਾਡੀ ਖਾਤਰ। ਤੇ 23 ਸਾਵਣ ਨੂੰ ਗੁਰੂ ਮਹਾਰਾਜ ਜੀ ਨੇ ਸਰੂਪ ਸੰਪੂਰਨ ਕੀਤਾ। 25 ਸਿੰਘਾਂ ਨੂੰ ਲਾ ਕੇ ਅਖੰਡ ਪਾਠ ਕਰਵਾਇਆ, ਅਰਦਾਸ ਕਰਾਈ, ਇੱਕੋ ਚੌਂਕੜੇ ਦੇ ਸਾਰਾ ਪਾਠ ਸੁਣਿਆ। 48 ਸਿੰਘਾਂ ਨੇ ਕਥਾ ਸੁਣੀ, ਉਹ ਸਾਰੇ ਬਧੇ ਮੁਕਤ ਹੋ ਗਏ। ਇਹ ਵਿੱਚ ਬਾਬਾ ਜੀ ਵੀ ਸਨ। ਭਾਈ ਮਨੀ ਸਿੰਘ ਸਾਹਿਬ ਜਦ ਵੈਰਾਗਵਾਨ ਹੋ ਕੇ ਪਹਾੜੀਆਂ ਨੂੰ ਜਾਣ ਲੱਗੇ ਤੇ ਗੁਰੂ ਸਾਹਿਬ ਨੇ ਬਾਂਹ ਤੋਂ ਫੜਿਆ, ਆਖਿਆ ਸਿਆਣੇ ਬਣੋ। ਦਾਨੇ, ਦੀਵਾਨੇ ਤੇ ਮਸਤਾਨੇ 3 ਪ੍ਰਕਾਰ ਦੇ ਮਹਾਂਪੁਰਖ ਨੇ, ਤੁਸਾਂ ਨੇ ਸੇਵਾ ਕਰਨੀ ਹੈ। ਮਹਾਰਾਜ ਅਵਸਥਾ 'ਚ ਫਰਕ ਨਾ ਪੈ ਜਾਏ। ਕਹਿੰਦੇ ਤੁਹਾਡਾ ਸੀਸ ਤਾਂ ਲੈ ਜਾਏਗਾ ਪਰ ਅਵਸਥਾ ਨਹੀਂ ਟੁੱਟੇਗੀ। ਭਾਈ ਮਨੀ ਸਿੰਘ ਜੀ ਤੁਸੀਂ ਵੀ ਸੇਵਾ ਕਰਨੀ ਹੈ, ਤੁਹਾਡਾ ਬੰਦ ਤਾਂ ਕੱਟਿਆ ਜਾਵੇਗਾ ਪਰ ਅਵਸਥਾ ਨਹੀਂ ਟੁੱਟੇਗੀ। ਇਉਂ ਟਕਸਾਲਾਂ ਚਲਾਈਆਂ ਗੁਰੂ ਜੀ ਮਹਾਰਾਜ ਨੇ। ਸਾਹਿਬਾਂ ਦੇ ਬਚਨ ਮੁਤਾਬਕ ਹੀ ਇਹਨਾਂ ਨੇ ਸੇਵਾਵਾਂ ਨਿਭਾਈਆਂ। ਤੁਸੀਂ ਇਤਿਹਾਸ ਸੁਣ ਰਹੇ ਹੋ। ਇੱਥੋਂ ਹੀ ਗੁਰੂ ਸਾਹਿਬ ਜੀ ਹਜੂਰ ਸਾਹਿਬ ਨੂੰ ਕੂਚ ਕਰਨਗੇ। ਇਹ ਬਾਬਾ ਜੀ ਹਜੂਰ ਸਾਹਿਬ ਤੱਕ ਮਹਾਰਾਜ ਦੇ ਨਾਲ ਗਏ। ਭਾਈ ਮਨੀ ਸਿੰਘ ਜੀ ਵੀ ਸਾਰੇ। ਡੱਲਾ ਸਰਦਾਰ ਤਾਂ ਘਬਰਾ ਕੇ ਦੌੜ ਆਏਗਾ, ਪਰ ਇਹ ਸਾਰੇ ਨਾਲ ਜਾਣਗੇ। ਸਤਿਗੁਰੂ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ
ਪੰਜਾਂ ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮੌਜੂਦ ਸੀਗੇ, ਜਿਹੜੇ ਹਜ਼ੂਰੀ ਦੇ ਵਿੱਚ ਖਿਲਾਰਨਾ ਕੀਤੇ। ਔਰ ਭਾਈ ਮਨੀ ਸਿੰਘ ਜੀ ਤਾਬਿਆ ਬੈਠੇ ਸਨ। ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਜੋ ਟਕਸਾਲ ਦੇ ਦੋਵੇਂ ਮੁਖੀ ਹੋਏ, ਭਾਈ ਸੰਤੋਖ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਹੋਏ ਹਜੂਰ ਸਾਹਿਬ ਦੇ, ਬਾਬਾ ਹਰ ਸਿੰਘ ਜੀ ਤੇ ਪਿਆਰੇ ਧਰਮ ਸਿੰਘ ਜੀ, ਇਹ 5 ਸਿੰਘ ਤਾਬਿਆ ਸੀ। ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਉਦੋਂ ਉਚਾਰਿਆ। ਕਤਕ ਸੁਦੀ ਦੂਜ ਨੂੰ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਤੇ 3 ਦਿਨਾਂ ਬਾਅਦ ਕਤਕ ਸੁਦੀ 5ਵੀਂ ਨੂੰ ਸੱਚਖੰਡ ਗਮਨ ਕੀਤਾ। ਉਹ ਤੋਂ ਪਹਿਲਾਂ ਸਭਨਾਂ ਨੂੰ ਹੁਕਮ ਕੀਤਾ, ਜਿਸ ਵਿੱਚ ਭਾਈ ਮਨੀ ਸਿੰਘ ਨੂੰ ਹੁਕਮ ਹੋਇਆ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਟਕਸਾਲ ਚਲਾਓ। ਬਾਬਾ ਜੀ ਨੂੰ ਹੁਕਮ ਆਇਆ ਤੁਸੀਂ ਦਮਦਮਾ ਸਾਹਿਬ ਜਾਓ। ਤੇ ਮਾਤਾ ਜੀ ਨੂੰ ਮਾਤਾ ਸਾਹਿਬ ਦੀਵਨ ਪਹਿਲਾਂ ਤੌਰ ਤੇ ਆਂਦੇ ਤੁਸੀਂ ਆਪਣੀ ਭੈਣ ਕੋਲ ਮਾਤਾ ਸੁੰਦਰੀ ਕੋਲ ਜਾ ਕੇ ਰਹੋ। ਭਾਈ ਸੰਤੋਖ ਸਿੰਘ ਨੂੰ ਆਖਿਆ ਕਿ ਤੂੰ ਇੱਥੇ ਰਹਿਣਾ ਸਿੰਘਾਂ ਸਮੇਤ। ਇੰਜ ਗੁਰੂ ਸਾਹਿਬ ਨੇ ਬਖਸ਼ਿਸ਼ ਦੇ ਕੇ ਤੇ ਬਾਬਾ ਜੀ ਨੂੰ ਦਮਦਮਾ ਸਾਹਿਬ ਨੂੰ ਉਦੋਂ ਤੋਰਿਆ। ਬਾਬਾ ਜੀ ਇਹਨਾਂ ਦਾ ਭੂਰਾ ਸਾਹਿਬ ਬਣਿਆ ਹੋਇਆ ਦਮਦਮਾ ਸਾਹਿਬ, ਨੀਚੇ ਉਹ ਅਜੇ ਵੀ ਘੋਰਨੀਆਂ ਜਿਹੀਆਂ ਬਣੀਆਂ ਹੋਈਆਂ ਨੇ, ਪਾਣੀ ਰੱਖਣ ਵਾਲੀਆਂ ਘੜੀਆਂ, ਇੱਕ 'ਚ ਛੋਲੇ ਇੱਕ 'ਚ ਪਾਣੀ ਪਾ ਲੈਣਾ, ਛੋਲੇ ਚੱਬੀ ਜਾਣੇ, ਪਾਣੀ ਪੀਵੀ ਜਾਣਾ। ਜਦ ਭੁੱਖ ਲੱਗਣੀ ਕੱਚੇ ਬੇਰ ਛਕ ਲੈਣੇ ਤੇ 101 ਜਪਜੀ ਸਾਹਿਬ ਦਾ ਪਾਠ ਕਰਨਾ, 5 ਗ੍ਰੰਥੀ ਦਾ ਨਿਤਨੇਮ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਲਿਖਣ ਦੀ ਸੇਵਾ ਕਰਨੀ। 4 ਸਰੂਪ 4 ਤਖਤਾਂ ਦੇ ਬਿਰਾਜਮਾਨ ਨੇ। ਇਹ ਅਰਬੀ 'ਚ ਲਿਖਿਆ, ਉਹ ਅਰਬ ਕੰਟਰੀ ਵਿੱਚ ਹੈ। ਇੰਨੀ ਸੇਵਾ ਕੀਤੀ, ਸਿੰਘਾਂ ਦੀ ਪੜ੍ਹਾਈ ਕਰਾਉਣੀ। ਜਦੋਂ ਤਰਨਾ ਦਲ ਬਣਿਆ ਤੇ ਇਹਦੇ 'ਚੋਂ 5 ਜਥੇ ਬਣਾਏ ਗਏ ਸਨ, ਜਿਨ੍ਹਾਂ ਦੇ ਵਿੱਚ ਇੱਕ ਜਥਾ ਬਾਬਾ ਦੀਪ ਸਿੰਘ ਸਾਹਿਬ ਦਾ ਵੀ ਸੀ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਥੇ ਵਿੱਚੋਂ ਹੀ ਜਿਹੜੇ ਭਾਈ ਬੁੱਢਾ ਸਿੰਘ ਸਨ, ਸਾਧ ਸੰਗਤ ਜੀ, ਉਹ ਉੱਥੇ ਬੁੱਢਾ ਜੋੜ ਜਦ ਖਬਰ ਆਈ ਮੱਸੇ ਰੰਗੜ ਦੀ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਉੱਥੋਂ ਹੀ ਤੋਰੇ ਸੀ ਹਰਿਮੰਦਰ ਸਾਹਿਬ ਨੂੰ। ਉਹਨਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਉਹਦੇ ਕੋਲੋਂ ਬਦਲਾ ਲਿਆ ਤੇ ਬੁੱਢਾ ਜੋੜ ਆ ਕੇ ਉਹਦੇ ਸਿਰ ਦੇ ਨਾਲ ਖੁਦ ਖਿੱਦੋ ਖੁੰਡੀ ਖੇਡੀ ਰਾਜਸਥਾਨ ਦੇ ਵਿੱਚ। ਬੁੱਢਾ ਜੋੜ ਗੰਗਾ ਨਗਰ ਤੋਂ ਅੱਗੇ, ਉੱਥੇ ਮੈਂ ਦਰਸ਼ਨ ਕੀਤੇ ਨੇ। ਫਿਰ ਜਿਸ ਵਕਤ ਅਬਦਾਲੀ ਦੇ ਸਰੋਵਰ ਪੂਰਨ ਦੀ ਖਬਰ ਬਾਬਾ ਜੀ ਤਾਈਂ ਪਹੁੰਚੀ, ਬਾਬਾ ਜੀ ਦਮਦਮਾ ਸਾਹਿਬ ਹੀ ਸਨ। ਉਸੇ ਵਕਤ 84 ਸਾਲ ਦੀ ਉਮਰ ਦੇ ਵਿੱਚ 18 ਸ਼ੇਰ ਦਾ ਕੰਡਾ ਫੜ ਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਖਾਤਰ ਉੱਥੋਂ ਤਿਆਰ ਹੋ ਪਏ। ਜਿੰਨੇ ਸਿੰਘ ਉੱਥੇ ਪੜ੍ਹਦੇ ਸੀ ਸਾਰੇ ਨਾਲ, ਜਿਨ੍ਹਾਂ ਵੀ ਸੁਣਿਆ ਇਲਾਕੇ ਦੇ ਵਿੱਚ ਰਸਤੇ ਵਿੱਚੋਂ ਵੀ ਨਾਲ ਰਲਦੇ ਗਏ। ਤਰਨਤਾਰਨ ਸਾਹਿਬ ਤੱਕ ਆਉਂਦੀਆਂ ਹੋਈਆਂ 5000 ਦਾ ਜਥਾ ਬਣ ਗਿਆ ਸੀ। ਇਹ 1757 ਈਸਵੀ ਦੀ ਗੱਲ ਹੈ। ਫਿਰ ਗੁਰਦੁਆਰਾ ਲਕੀਰ ਸਾਹਿਬ ਹੈ, ਉੱਥੇ ਖੰਡਾ ਖਿੱਚ ਕੇ ਲਕੀਰ ਮਾਰ ਕੇ ਆਖਿਆ ਵੀ ਪਾਰ ਉਹ ਹੋਵੋ ਜਿੰਨੇ ਸਿਰ ਦੇਣਾ ਹੈ। ਕਹਿੰਦੇ 5 ਦੇ 5000 ਹੀ ਲਕੀਰ ਟੱਪ ਕੇ ਪਾਰ ਹੋ ਗਏ। ਗੋਲਵੜ ਦੇ ਮੈਦਾਨ ਦੇ ਵਿੱਚ ਯੁੱਧ ਸ਼ੁਰੂ ਹੋਇਆ। ਯਾਕੂਬ ਖਾਨ ਜਾਂ ਹੋਰ ਵੀ ਨਾਮ ਆਉਂਦਾ, ਉਹਨੂੰ ਪਹਿਲਾਂ ਵੱਢਿਆ। ਮੀਤ ਜਥੇਦਾਰ ਬਾਬਾ ਨੌਤ ਸਿੰਘ ਜੀ ਦੀ ਸ਼ਹੀਦੀ ਚੱਬੇ ਦੇ ਨਜ਼ਦੀਕ, ਜਿੱਥੇ ਉਹਨਾਂ ਦਾ ਅਸਥਾਨ ਬਣਿਆ, ਉੱਥੇ ਹੋਈ। ਬਾਬਾ ਜੀ ਤੋਂ ਬਗੈਰ ਵੀ ਕਈ ਸਿੰਘ ਬਿਨਾਂ ਸੀਸ ਤੋਂ ਕਹਿੰਦੇ ਲੜੇ ਨੇ। ਬਾਬਾ ਨੌਤ ਸਿੰਘ ਵੀ ਲੜੇ ਸੀਗੇ। ਤੇ ਸਾਡੇ ਨਗਰ ਦੇ ਵਿੱਚ ਕਾਫੀ 10, 12, 15 ਸ਼ਹੀਦਾਂ ਦੇ ਅਸਥਾਨ ਨੇ, ਗਿਣੇ ਨਹੀਂ ਜਾਂਦੇ।
ਬਾਬਾ ਰੂੜ ਸਿੰਘ, ਦਿਆਲ ਸਿੰਘ ਇਹ ਮਾਲਵੇ ਦੇ ਸਿੰਘ ਸਨ। ਬਾਬਾ ਬਲਵੰਤ ਸਿੰਘ ਜੀ ਜਿਨ੍ਹਾਂ ਜ਼ਬਰਦਸਤ ਖਾਂ ਦੇ ਨਾਲ ਜੰਗ ਕੀਤਾ, ਇਹ ਵਰਪਾਲ ਪਿੰਡ ਦੀ ਜ਼ਮੀਨ ਦੇ ਵਿੱਚ ਨੇ। ਭਾਈ ਸੰਤੋਖ ਸਿੰਘ ਜੀ ਉਹਨਾਂ ਦੀ ਜਗ੍ਹਾ ਹੈ। ਹੋਰ ਕਿੰਨੀਆਂ ਹੋਰ ਵੀ ਜਗ੍ਹਾ ਹਨ ਛੋਟੀਆਂ ਛੋਟੀਆਂ ਪਹਿਲੀਆਂ ਦੇ ਵਿੱਚ, ਜਿੱਥੇ ਜਿੱਥੇ ਕੋਈ ਡਿੱਗਿਆ ਯੁੱਧ ਕਰਦਾ, ਅੱਜ ਵੀ ਉੱਥੇ ਉਹਨਾਂ ਦਾ ਸਥਾਨ ਹੈ। ਬਾਬਾ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਟਾਹਲਾ ਸਾਹਿਬ ਮੌਜੂਦ ਹੈ, ਜਿੱਥੇ ਬਾਬਾ ਜੀ ਦਾ ਜਹਾਨ ਖਾਨ ਦੇ ਨਾਲ ਮੁਕਾਬਲਾ ਹੋਇਆ। ਔਰ ਸਾਂਝੇ ਵਾਰ ਦੇ ਚੱਲਣ ਨਾਲ ਬਾਬਾ ਜੀ ਦਾ ਸੀਸ ਉਤਰ ਗਿਆ। ਸਿੰਘ ਕਹਿਣ ਲੱਗੇ, ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਕਿ ਹਰਿਮੰਦਰ ਸਾਹਿਬ ਜਾ ਕੇ ਸੀਸ ਭੇਟਾ ਕਰਨਾ, ਉਹਨਾਂ ਚਿਰ ਸ਼ਹੀਦੀ ਨਹੀਂ ਪਾਉਣੀ, ਤੇ ਤੁਸੀਂ ਅਜੇ ਦਰਬਾਰ ਸਾਹਿਬ 3 ਕੋਹ ਦੂਰ ਹੈ, ਤੁਸੀਂ ਇੱਥੇ ਚੌਂਕੜਾ ਮਾਰ ਲਿਆ। ਕਹਿੰਦੇ ਸਾਨੂੰ ਕੀ ਹੋਇਆ? ਕਹਿੰਦੇ ਆਪਦਾ ਸੀਸ ਉਤਰ ਗਿਆ। ਕਹਿੰਦੇ ਮੈਨੂੰ ਤਾਂ ਕੁਛ ਨਹੀਂ ਹੋਇਆ। ਮਤਲਬ ਗੁਰੂ ਗੋਬਿੰਦ ਸਿੰਘ ਜੀ ਦਾ ਵਰ ਸੀਗਾ, ਸੀਸ ਉਤਰ ਗਿਆ, ਪਰ ਬ੍ਰਹਮ ਗਿਆਨ ਦੀ ਅਵਸਥਾ 'ਚ ਦਰਦ ਦੁਰਦ ਕੁਛ ਨਹੀਂ ਹੋਈ। ਉਂਝ ਨਹੀਂ ਬੰਦਾ ਮਾੜੀ ਮੋਟੀ ਸੱਟ ਲੱਗ ਜਾਏ ਦਿਲ ਘਬਰਾ ਜਾਂਦਾ। ਜੇ ਕੋਈ ਕਹੇ ਵੀ ਸੀਸ ਤੇ ਜ਼ਖਮ ਹੋਇਆ, ਜ਼ਖਮ ਵੀ ਕਿਹੜਾ, ਜਿਹੜਾ ਗਰਦਨ ਦਾ ਜ਼ਖਮ ਹੈ ਕੋਈ ਆਮ ਥੋੜ੍ਹਾ ਹੁੰਦਾ। ਸੀਸ ਉਤਰਿਆ ਹੀ ਸੀਗਾ। ਬਾਬਾ ਜੀ ਸਮਾਧੀ 'ਚ ਸੀਗੇ। ਸਿੰਘਾਂ ਨੇ ਬੇਨਤੀ ਕੀਤੀ ਤੇ ਉਹ ਖੰਡਾ ਜੇ ਹੱਥ ਵਿੱਚ ਹੀ ਸੀਗਾ, 18 ਸਿਰ ਦਾ ਸੱਜੇ ਹੱਥ। ਉਹਨਾਂ ਖੱਬੀ ਤਲੀ ਕਰ ਦਿੱਤੀ। ਕਹਿੰਦੇ ਮੈਨੂੰ ਕੁਝ ਨਹੀਂ ਹੋਇਆ, ਮੇਰਾ ਸਿਰ ਚੁੱਕ ਕੇ ਖੱਬੀ ਤੇ ਰੱਖ ਦਿਓ ਤਲੀ ਤੇ ਆਪਾਂ ਤਿਆਰ ਪਰ ਤਿਆਰ। ਬਾਬਾ ਜੀ ਖੜੇ ਹੋਏ ਤਾਂ ਅਬਦਾਲੀ ਦਾ ਮੁੰਡਾ ਜਿਹੜਾ ਸੀਗਾ ਜੁੱਤੀ ਲਾ ਕੇ ਭੱਜ ਤੁਰਿਆ, ਘੋੜਾ ਸਿੰਘਾਂ ਮਾਰ ਦਿੱਤਾ। ਉਹਨੇ ਵੇਖਿਆ ਵੀ ਇਹ ਤਾਂ ਮਰੇ ਵੀ ਉੱਠ ਕੇ ਯੁੱਧ ਕਰ ਰਹੇ ਨੇ, ਜਿਉਂਦਿਆਂ ਦਾ ਮੁਕਾਬਲਾ ਤਾਂ ਹੈ, ਮਰਿਆਂ ਦਾ ਕੌਣ ਕਰੇ। ਉਹ ਜਿਹੜਾ ਸੈਨਾਪਤੀ ਬਣਿਆ ਹੋਇਆ ਸੀ ਅਬਦਾਲੀ, ਤਾਂ ਨੱਕ ਤੇ ਇੱਟ ਵੱਜਣ ਤੋਂ ਉਹ ਤਾਂ ਪਹਿਲਾਂ ਹੀ ਦੌੜ ਦੜ ਗਿਆ। ਮੁੰਡਾ ਜਿਹੜਾ ਸੀਗਾ ਉਹ ਵੇਖ ਕੇ ਭੱਜ ਗਿਆ। ਸਿੰਘ ਮਗਰ ਭੱਜੇ, ਉਹਨੂੰ ਬੜੀ ਦੂਰ ਤੱਕ ਭਜਾ ਕੇ ਆਏ। ਫਿਰ ਬਾਬਾ ਜੀ ਯੁੱਧ ਕਰਦੇ ਹੋਏ, ਕਈ ਕਹਿੰਦੇ ਚਾਟੀ ਪਿੰਡ ਸ਼ਹੀਦਾਂ ਦੇ ਅਸਥਾਨ ਤੋਂ ਬਗਾ ਸੀਸ ਮਾਰਿਆ, ਇਸ ਤਰ੍ਹਾਂ ਨਹੀਂ ਹੋਇਆ। ਹਰਿਮੰਦਰ ਸਾਹਿਬ ਦੀਆਂ ਪਰਕਰਾਂ ਪਹੁੰਚ ਕੇ ਸਿੰਘਾਂ ਨੇ ਆਖਿਆ, ਬਾਬਾ ਜੀ ਆਪਾਂ ਦਰਬਾਰ ਸਾਹਿਬ ਆ ਗਏ ਹਾਂ। ਕਹਿੰਦੇ ਅੱਛਾ ਜੀ। ਕਹਿੰਦੇ ਤੁਰਕ ਤਾਂ ਨਹੀਂ ਕੋਈ ਹੈ? ਕਹਿੰਦੇ ਨਹੀਂ, ਸਾਰੇ ਦੌੜ ਗਏ। ਕਹਿੰਦੇ ਠੀਕ ਹੈ। ਉਸ ਵਕਤ ਪਰਿਕਰਮਾ ਸੀਸ ਰੱਖ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕੋਈ ਤੇਰੇ ਲੰਗਰ 'ਚ ਕਣਕ ਲੈ ਕੇ ਆਉਂਦਾ, ਕੋਈ ਆਟਾ, ਕੋਈ ਦਾਲ, ਕੋਈ ਮਾਇਆ ਤਿਲ ਫੁੱਲ ਚੜਾਉਂਦਾ, ਮੇਰੇ ਗਰੀਬ ਕੋਲ ਹੋਰ ਤਾਂ ਕੁਛ ਨਹੀਂ ਸੀ, ਤੇਰਾ ਦਿੱਤਾ ਆ ਸੀਸ ਤੇਰੇ ਚਰਨਾਂ ਦੇ ਵਿੱਚ। ਸੀਸ ਵੱਡੇ ਕਰ ਬੈਸਣ ਦੀ ਜੈ, ਵਿੰਡ ਸਿਰ ਸੇਵ ਕਰੀ ਜੈ, ਉਹ ਹਾਜ਼ਰ ਹੈ। ਪਰਿਕਰਮਾ ਦੇ ਵਿੱਚ ਇੱਕ ਗੋਲ ਸਰਕਲ ਜਿਹਾ ਲੱਗਾ ਹੁੰਦਾ, ਕੋਈ ਵੀ ਜਾਂਦਾ ਮੱਥਾ ਟੇਕ ਕੇ ਲੰਘਦਾ। ਪਰ ਜੂਨ 84 ਤੋਂ ਬਾਅਦ ਜਦ ਬਾਬਿਆਂ ਨੇ ਸੇਵਾ ਕੀਤੀ ਹੈ ਤੇ ਪਰਿਕਰਮਾ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਕਹਿਣ ਮੁਤਾਬਕ ਵੀ ਇਹ ਤਾਂ ਬੁੱਤ ਪ੍ਰਸਤੀ ਹੈ ਜੀ, ਉਹ ਨਿਸ਼ਾਨ ਹਟਾਤਾ। ਹੁਣ ਸਾਰੇ ਪੈਰ ਰੱਖ ਕੇ ਲੰਘਦੇ ਨੇ। ਪਰਿਕਰਮਾ ਦੇ ਵਿੱਚ ਸੀਗੀ ਜਗ੍ਹਾ। ਆਪਾਂ ਤਾਂ ਅਜੇ ਵੀ ਡਰਦੇ ਮਾਰੇ ਪਾਸੇ ਦੀ ਹੋਈ ਦਾ। ਪਾਸੇ ਭਾਵੇਂ ਮਹਾਰਾਜ ਦਾ ਸਰੂਪ ਉੱਪਰ ਗੁਰਦੁਆਰਾ ਬਣਿਆ, ਪਰ ਪਰਿਕਰਮਾ ਦੇ ਵਿੱਚ ਵੀ ਜਗ੍ਹਾ ਸੀਗੀ। ਚਾਟੀ ਪਿੰਡ ਸ਼ਹੀਦਾਂ ਬਾਬਾ ਜੀ ਦਾ ਅੰਤਮ ਸੰਸਕਾਰ ਹੋਇਆ। ਅਜੇ ਵੀ ਉੱਥੇ ਸ਼ਮਸ਼ਾਨ ਭੂਮੀ ਹੈ ਬਿਲਕੁਲ ਸਾਹਮਣੇ। ਤੋ ਇੰਜ ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਕੱਲ ਸ਼ਸਤਰਾਂ ਦੀ ਕਥਾ ਆ ਰਹੀ ਸੀਗੀ ਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਕਿਰਪਾਨ ਪਾਉਣੀ ਚਾਹੀਦੀ ਹੈ। ਉਹਦੇ 'ਚ ਬਚਨ ਆਇਆ ਸੀ ਵੀ ਕਈ ਪ੍ਰੇਮੀਆਂ ਨੂੰ ਭੋਲ ਹੀ ਕਹਿ ਦਿੰਦੇ, ਆਖੇ ਜੀ ਆਪਾਂ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਜੇ ਗੁਰੂ ਨਾਨਕ ਨੇ ਪਾਈ ਹੈ ਤਾਂ ਸਾਨੂੰ ਪਵਾ ਦਿਓ। ਮਤਲਬ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ 'ਚ ਫਰਕ ਸਮਝਦੇ ਨੇ। ਐਸਾ ਨਹੀਂ। ਜੇ ਕਿਰਪਾਨ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਤੇ ਵੈਸੇ ਤਾਂ 6ਵੇਂ ਪਾਤਸ਼ਾਹ ਨੇ ਪਵਾਤੀਆਂ, ਪਰ ਉਹਦਾ ਫਲਾਦ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਹੈ। ਜਿਸ ਤਰ੍ਹਾਂ ਲੋਹਾਰ ਗਰਮ ਕਰ ਕਰਕੇ ਲੋਹਾ ਕੁੱਟਦਾ, ਇਹ ਗੁਰੂ ਨਾਨਕ ਸਾਹਿਬ ਨੇ ਤਾ ਦੇ ਕੇ ਤੇ ਲੋਹੇ ਨੂੰ ਤਿਆਰ ਕੀਤਾ ਹੈ। 10 ਪਾਤਸ਼ਾਹੀਆਂ ਤੱਕ ਲੋਹਾ ਕੁੱਟਿਆ ਜਾਂਦਾ ਰਿਹਾ,
ਜਦ ਪੂਰਾ ਸੋਲਿਡ ਹੋ ਗਿਆ ਤਾਂ ਉਹਦੀ ਸ਼ੇਪ ਗੁਰੂ ਗੋਬਿੰਦ ਸਿੰਘ ਨੇ ਬਣਾ ਕੇ ਗਾਤਰੇ ਪਵਾਈ, ਕਕਾਰ ਉੱਤੇ ਮੋਹਰ ਲਾ ਦਿੱਤੀ। ਇਹ ਕੋਈ ਨਵੀਂ ਮਰਿਆਦਾ ਨਹੀਂ, ਦੋਹਰੀ ਹੈ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਕਈ ਤਾਂ ਕਹਿੰਦੇ ਕਿਤੇ ਪਿੰਡ ਕਥਾ ਕਰਨ ਗਏ। ਇੱਕ ਮੈਂ ਸੁਣਿਆ ਵੀ ਟੀਵੀ ਤੇ ਸੀ ਸ਼ਾਇਦ, ਉਦੋਂ ਜਲੰਧਰ ਹੀ ਦੂਰਦਰਸ਼ਨ ਹੁੰਦਾ ਸੀਗਾ, ਕਹਿੰਦੇ ਜੀ ਕੋਈ ਕਥਾ ਸੁਣਾਓ। ਇਸ ਤਰ੍ਹਾਂ ਦੀ ਕੋਈ ਬੇਨਤੀ ਹੋਈ, ਕੋਈ ਬਚਨ ਹੋਇਆ। ਕਹਿੰਦੇ ਹਾਂਜੀ ਸੁਣਾਉਂਦੇ ਹਾਂ ਜੀ। ਕਹਿੰਦੇ ਪਰ ਬਾਬਾ ਜੀ ਵੀ ਗਰਮ ਕਥਾ ਨਾ ਕਰਿਓ। ਕਹਿੰਦੇ ਫਿਰ ਤੁਸੀਂ ਦੱਸ ਦਿਓ। ਕਹਿੰਦੇ ਤੁਸੀਂ ਬੜਾ ਗਰਮ ਬੋਲਦੇ ਹੋ, ਵੀ ਬਾਣੀ ਦੀ ਕਥਾ ਕਰਨੀ। ਕਹਿੰਦੇ ਜੀ 7 ਵਚਨ ਬਾਣੀ ਦੀ ਕਰਾਂਗੇ, ਬਾਣੀ ਤੋਂ ਬਗੈਰ ਤਾਂ ਸਾਡੀ ਜ਼ਿੰਦਗੀ ਨਹੀਂ। ਦੱਸੋ ਕਿਹੜੀ ਬਾਣੀ ਦੀ ਸੁਣਾਈਏ? ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੀ ਸੁਣਾਇਓ। ਕਹਿੰਦੇ 7 ਵਚਨ ਜੀ ਸੁਣਾਈਏ ਫਿਰ। ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਤੁਸੀਂ ਕਹਿੰਦੇ ਹੋ ਨਾ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਤੁਹਾਨੂੰ ਮੁਬਾਰਕ ਹੈ। ਆਪਾਂ ਮੱਥਾ ਟੇਕਦੇ ਹਾਂ ਵੀ ਸਿੱਖ ਤਾਂ ਹੋ, ਭਾਵੇਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਹੀ ਮੰਨਦੇ ਹੋ, ਉਹ ਜਣੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀਰ ਅਸੀਂ ਜਾਣਦੇ ਹੋ, ਪਰ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੇ ਕੀਤਾ ਉਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੰਨਿਆ। ਜਿਹੜੇ ਸਿੰਘ ਸ਼ਹੀਦ ਸੂਰਮੇ ਨੇ ਉਸੇ ਬਚਨ ਦੀ ਤਾਂ ਪਹਿਰਾ ਦਿੰਦੇ, ਆਪਦਾ ਸੀਸ ਭੇਟਾ ਕਰ ਗਏ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਲਿਖਿਆ ਭਾਈ ਇਹ ਜਿਹੜੀ ਕਲਾਸ ਹੈ ਇਹਦੇ ਵਿੱਚ ਅਟੈਂਡੈਂਸ ਉਹਦੀ ਲੱਗਦੀ, ਦਾਖਲਾ ਉਹਦਾ ਹੁੰਦਾ ਜਿਹੜਾ ਸੀਸ ਤੋਂ ਬਗੈਰ ਹੈ, ਜਿਹਦਾ ਸਿਰ ਨਾਲ ਹੈ ਮਾਫ ਕਰਨਾ, ਉਹਨੂੰ ਇਹਦੇ 'ਚ ਦਾਖਲਾ ਨਹੀਂ ਮਿਲਦਾ, ਨਾ ਉਹ ਇੱਥੇ ਬੈਠ ਨਹੀਂ ਸਕਦਾ। ਅਟੈਂਡੈਂਸ ਉਹਦੀ ਲੱਗਦੀ ਹੈ ਜਿਹਦਾ ਸੀਸ ਉਤਰਿਆ ਹੋਇਆ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਤੋ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਨਹੀਂ ਬਾਬਾ ਜੀ ਇਹ ਕਥਾ ਨਹੀਂ ਕਰਨੀ। ਕਹਿੰਦੇ ਹੁਣ ਦੱਸੋ ਫਿਰ, ਤੁਸੀਂ ਦੱਸ ਦਿਓ। ਕਹਿੰਦੇ ਜੀ ਕਬੀਰ ਜੀ ਦੀ ਬਾਣੀ ਦੀ ਕਰੋ। ਕਹਿੰਦੇ 7 ਵਚਨ ਜੀ। ਲਓ ਸੁਣੋ, ਸੁਣਾਈਏ। ਮਾਰੂ ਕਬੀਰ ਜੀਓ, ਕਥਾ ਨਹੀਂ ਕੀਤੀ, ਸ਼ਬਦ ਦੇ ਵਿੱਚ ਹੀ ਧੰਨ ਧੰਨ ਕਰਾਤੀ। ਕਹਿੰਦੇ ਗਗਨ ਦੁਮਮ ਬਾਜਿਓ, ਪਰਿਓ ਨਿਸ਼ਾਨੇ ਘਾਉ। ਮੰਨਦੇ ਹੋ ਨਾ ਤੁਸੀਂ ਕਬੀਰ ਪੰਥੀ ਹੋ, ਆਪਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਜੀ। ਅਸੀਂ ਤਾਂ ਕਬੀਰ ਜੀ ਦੀ ਬਾਣੀ ਪੜ੍ਹਦੇ ਹਾਂ। ਜਿਹੜੇ ਵੈਰਾਗੀ ਹੋਏ ਹਨ, ਸੰਤ ਹੋਏ ਨੇ, ਭਗਤ ਹੋਏ ਨੇ, 10ਮ ਗ੍ਰੰਥ ਤੋਂ ਕਈਆਂ ਨੂੰ ਨਾਂ ਤੋਂ ਹੀ ਅਲਰਜੀ ਆ, ਖੁਰਕ ਹੋਣ ਲੱਗ ਪੈਂਦੀ, ਮਾਫ ਕਰਨਾ। ਇੱਥੇ ਤਾਂ ਸਾਰੀ ਸੰਗਤ ਪਿਆਰ ਵਾਲੀ ਆ, ਤੇ ਪਰ ਆਮ ਹੀ ਕਦੇ ਨਾਂ ਲੈ ਦਈਏ ਉਹਨਾਂ ਨੂੰ ਖਾਰਸ਼ ਹੋਣ ਲੱਗ ਪੈਂਦੀ ਹੈ 10ਮ ਦੀ ਬਾਣੀ ਦੇ ਨਾਂ ਤੋਂ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ, ਮੁਬਾਰਕ ਹੈ। ਕਬੀਰ ਜੀ ਦਾ ਸ਼ਬਦ ਹੈ ਗਗਨ ਦੁਮਮ ਬਾਜਿਓ, ਪਰਿਓ ਨਿਸ਼ਾਨੇ ਘਾਉ। ਖੇਤ ਜੋ ਮੰਡਿਓ ਸੂਰਮਾ, ਅਬ ਜੂਝਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਦੀਨ ਨਾਮ ਹੈ ਧਰਮ ਦਾ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛੱਡੈ ਖੇਤ। ਕਹਿੰਦੇ ਨਹੀਂ ਬਾਬਾ ਜੀ ਤੁਸੀਂ ਆਪਦੇ ਘਰ ਰਾਜੀ ਰਹੋ। ਕਹਿੰਦੇ 7 ਵਚਨ ਜੀ। ਸੋ ਕਹਿਣ ਤੋਂ ਮੁਰਾਦ ਕਿ ਗੁਰਬਾਣੀ ਦੇ ਮੁਤਾਬਕ ਬਾਬਾ ਜੀ ਦਾ ਜੀਵਨ ਸੀਗਾ। ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੇ ਆਪਦੀ ਸ਼ਹੀਦੀ ਦਿੱਤੀ, ਔਰ ਉਹਨਾਂ ਦੀ ਸ਼ਹੀਦੀ ਇੱਕ ਅਮੋਲਕ, ਇੱਕ ਅਨੋਖੀ ਹੋਣੀ ਬੜੀ, ਜਿਹਦੀ ਸੰਸਾਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਹੈ। ਅਰਦਾਸ ਦੀ ਮਹਾਨਤਾ ਬਾਬਾ ਜੀ ਨੇ ਪ੍ਰਗਟ ਕਰਕੇ ਦਿਖਾ ਦਿੱਤੀ ਵੀ ਜਿਹੜੀ ਸਿੱਖ ਅਰਦਾਸ ਕਰਦਾ ਉਹਦੇ ਤੋਂ ਪਿੱਛੇ ਨਹੀਂ ਹਟਦਾ। ਸੋ ਇਹ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਆ ਮਨਾ ਰਹੇ ਹੋ। ਗੁਰੂ ਘਰ ਆਈਆਂ ਸੰਗਤਾਂ ਨੂੰ, ਪ੍ਰਬੰਧਕਾਂ ਵੱਲੋਂ, ਸੇਵਾਦਾਰਾਂ ਵੱਲੋਂ ਬਾਬਾ ਜੀ ਦੇ ਜਨਮ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਸਾਹਿਬ ਸਤਿ ਸ੍ਰੀ ਅਕਾਲ। ਸਾਡੇ ਤੇ ਵੀ ਕਿਰਪਾ ਕਰਨ ਕਿ ਅਸੀਂ ਬਾਬਾ ਜੀ ਦੇ ਜੀਵਨ ਮੁਤਾਬਕ ਜਿਸ ਤਰ੍ਹਾਂ ਪੂਰਨੇ ਪਾ ਕੇ ਗਏ ਨੇ, ਸਿੱਖੀ ਕਮਾ ਕੇ ਨਿਹਾਲ ਹੋਈਏ।
ਕਲਗੀਧਰ ਮਹਾਰਾਜ ਜੀ ਦਾ ਇਤਿਹਾਸ ਚੱਲ ਰਿਹਾ ਲੜੀਵਾਰ। ਉਹਦੇ ਵਿੱਚ ਤੁਸੀਂ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਭਾਈ ਭਗਤੂ ਦਾ ਪੋਤਰਾ ਪੁੱਚੋ ਨਗਰ ਦਾ ਰਹਿਣ ਵਾਲਾ ਭਾਈ ਦਿਆਲ ਦਾਸ, ਜਿਹਦੇ ਨਾਮ ਦੇ ਭਾਈ ਕਾ ਦਿਆਲਪੁਰਾ ਨਗਰ ਪ੍ਰਸਿੱਧ ਹੋਇਆ ਹੈ। ਭਾਈ ਭਗਤੂ ਤੋਂ ਭਾਈ ਕਾ ਪਿਆ, ਮਤਲਬ ਭਾਈ ਭਗਤੂ ਦਾ ਦਿਆਲ ਦਾਸ ਉਹਦਾ ਨਗਰ ਹੈ। ਸੋ ਇਹ ਭਾਈ ਦਿਆਲ ਦਾਸ ਗੁਰੂ ਜੀ ਦੇ ਚਰਨਾਂ ਵਿੱਚ ਆਇਆ। ਮਹਾਰਾਜ ਨੇ ਆਖਿਆ ਵੀ ਅੰਮ੍ਰਿਤ ਛਕੋ। ਕਹਿਣ ਲੱਗਾ ਜੀ ਸਾਡੇ ਵੱਡ ਵਡੇਰੇ ਤੁਹਾਡੇ ਸਿੱਖ ਰਹੇ ਨੇ, ਅਸੀਂ ਅੰਮ੍ਰਿਤ ਤੋਂ ਬਿਨਾਂ ਹੀ ਸਹੀ ਹਾਂ, ਸਾਨੂੰ ਇਸ ਤਰ੍ਹਾਂ ਹੀ ਪ੍ਰਵਾਨ ਕਰੋ। ਪਰ ਗੁਰੂ ਜੀ ਨਾਰਾਜ਼ ਹੋ ਗਏ, ਬੇਰਸੀ ਹੋ ਗਈ। ਉਹ ਆਪਦੇ ਘਰ ਨੂੰ ਚਲਾ ਗਿਆ। ਉਹਦੇ ਕੋਲੋਂ ਅਜੇ ਬਚਨ ਨਹੀਂ ਮੰਨਿਆ ਗਿਆ। ਇੱਥੋਂ ਦਾ ਕਥਾ ਆਪਣੀ ਸੁਣੀ। ਗੁਰੂ ਜੀ ਦਾ ਹੁਕਮ ਹੈ ਕਿ ਪ੍ਰਥਮ ਰਹਿਤ ਹੈ ਜਾਣ। ਤੁਸੀਂ ਗੁਰਦੁਆਰੇ ਦੇ ਬੰਦੇ ਹੋ। ਗੁਰਦੁਆਰੇ ਦੀ ਸਭ ਤੋਂ ਪਹਿਲੀ ਰਹਿਤ ਇਹ ਹੈ, ਯਾਨੀ ਸਭ ਤੋਂ ਪਹਿਲਾ ਲੈਸਨ ਇਹ ਹੈ, ਖੰਡੇ ਕੀ ਪਾਹੁਲ ਛਕੈ। ਉਹ ਤੋਂ ਬਾਅਦ ਪੜ੍ਹਾਈ ਸ਼ੁਰੂ ਹੁੰਦੀ ਹੈ। ਪ੍ਰਥਮ ਰਹਿਤ ਹੈ ਜਾਨ, ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋ ਲਏ। ਪਰ ਭਾਈ ਦਿਆਲ ਦਾਸ ਬਚਨ ਨਾ ਮੰਨ ਸਕਿਆ। ਅੱਗੇ ਪਿਆਰ ਸਤਿਕਾਰ ਨਾਲ ਕਥਾ ਵਿਚਾਰ ਸਰਮਣ ਕਰੋ। ਹੁਣੇ ਹੀ ਭਾਈ ਗੁਰਨਾਮ ਸਿੰਘ ਜੀ ਇੱਥੇ ਪਾਠ ਦੀ ਡਿਊਟੀ ਨਿਭਾਉਂਦੇ ਨੇ। ਉਹਨਾਂ ਮੈਨੂੰ ਸੰਤਾਂ ਦੀ ਫੋਟੋ ਦਿਖਾਈ, ਕਹਿੰਦੇ ਜਾਣਦੇ ਹੋ? ਮੈਂ ਕਿਹਾ ਜੀ ਹਾਂ। ਜਿੱਥੇ ਸਿੰਘਾਂ ਦਾ ਲੰਗਰ ਹੈ, ਸਵੇਰੇ ਸਵੇਰ ਪਾਠੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਤੇ ਮਾਈਆਂ ਬੀਬੀਆਂ ਬਸਤਰ ਧੋਣ ਦੀ ਸੇਵਾ ਕਰਦੀਆਂ। ਉਹ ਜੰਗਲੇ ਦੇ ਨਾਲ ਮੈਂ ਕਿਹਾ ਬੋਰਡ ਲੱਗਾ, ਇਹ ਉਦਾਸੀ ਨਿਰਮਲੇ ਸੰਤ ਨੇ। ਕਹਿੰਦੇ ਕਿੱਥੇ ਆ ਮਾਂਡੀ ਸਾਹਿਬ? ਮੈਂ ਕਿਹਾ ਗਏ ਤਾਂ ਨਹੀਂ। ਮੈਂ ਕਿਹਾ ਵੇਖਣ ਨੂੰ ਤਾਂ ਸਾਧੂ ਜਾਪਦੇ। ਕਹਿੰਦੇ ਬੰਦਗੀ ਕਰਦੇ ਰਹਿੰਦੇ ਅੱਠੇ ਪੈਰ। ਉਹਨੇ ਮੈਨੂੰ ਦੱਸਿਆ ਵੀ ਇਹ ਹੈ ਤਾਂ ਬਾਬੇ ਸ੍ਰੀ ਚੰਦ ਦੀ ਸੰਪਰਦਾ ਉਦਾਸੀ, ਪਰ ਇਹਨਾਂ ਹੁਣ ਅੰਮ੍ਰਿਤ ਛਕ ਲਿਆ ਹੈ। ਕਿਸੇ ਮਹਾਂਪੁਰਖ ਨੇ ਬੇਨਤੀ ਕੀਤੀ, ਬਾਬਾ ਜੀ ਸੱਚਖੰਡ 'ਚ ਐਂਟਰੀ ਬਿਨਾਂ ਅੰਮ੍ਰਿਤ ਤੋਂ ਨਹੀਂ ਮਿਲਦੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਮਾਂ ਦੁਬਾਰ ਤੋਂ ਮਰ ਕੇ ਜਿਉਂਦੀ ਹੋ ਗਈ ਸੀ। ਤੇ ਉਹਨੇ ਆਖਿਆ ਬਾਬਾ ਜੀ ਵੀ ਧਰਮ ਰਾਜਾ, ਤੇ ਉਹਨੇ ਸੱਚਖੰਡ ਭੇਜਤਾ। ਸੱਚਖੰਡ ਵਾਲਿਆਂ ਨੇ ਅੰਦਰ ਨਹੀਂ ਲੰਘਣ ਦਿੱਤਾ। ਆਖਿਆ ਵੀ ਜਾ ਬੀਬੀ ਅੰਮ੍ਰਿਤ ਛਕੀ ਆ, ਤੁਸੀਂ ਮੈਨੂੰ ਦੱਸਿਆ ਨਹੀਂ ਵੀ ਅੰਮ੍ਰਿਤ ਤੋਂ ਬਗੈਰ ਸੱਚਖੰਡ ਨਹੀਂ ਜਾ ਸਕੀਦਾ। ਸਾਰੀ ਦੁਨੀਆ ਨੂੰ ਅੰਮ੍ਰਿਤ ਛਕਾਤਾ, ਮੈਨੂੰ ਕਿਉਂ ਨਹੀਂ ਛਕਾਇਆ? ਕਹਿੰਦੇ ਤੂੰ ਕੋਈ ਅਲੋਕਾਰ ਆ? ਭਾਵੇਂ ਸਾਡੀ ਮਾਂ ਹੈ ਪਰ ਉਪਦੇਸ਼ ਦਾ ਸਾਂਝਾ ਹੀ ਦਈਦਾ। ਚੱਲ ਹੁਣ ਛਕ ਲਾ। ਕਹਿੰਦੇ ਅੰਮ੍ਰਿਤ ਛਕ ਕੇ ਫਿਰ ਉਹ ਚੜ੍ਹਾਈ ਕੀਤੀ। ਇੰਜ ਜਿਹਨੇ ਸੱਚਖੰਡ ਜਾਣਾ ਹੈ, ਐਂਟਰੀ ਉਹਦੀ ਹੈ ਜਿਹੜਾ ਅੰਮ੍ਰਿਤਧਾਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਣਾਈ ਮਰਿਆਦਾ ਦੇ ਮੁਤਾਬਕ ਸਿੱਖੀ ਧਾਰਨ ਵਾਲਾ। ਤੇ ਜਪਜੀ ਸਾਹਿਬ ਉਹਨੂੰ ਜ਼ਬਾਨੀ ਯਾਦ ਹੈ, ਮਾਫ ਕਰਨਾ। ਇਹ ਲਿਖਿਆ ਹੋਇਆ, ਕਿਉਂਕਿ ਆਪਾਂ ਅੰਤਰਜਾਮੀ ਦਾ ਹੈ ਨਹੀਂ, ਜੋ ਕਿਤਾਬਾਂ 'ਚ ਪੜ੍ਹਿਆ ਤੁਹਾਨੂੰ ਸੁਣਾ ਦਈਦਾ। ਪਰ ਮੁੱਖ ਸਿੱਖ ਸ਼ਖਸੀਅਤ ਦਾ SGPC ਦੀ ਕਿਤਾਬ ਹੈ, ਜਿਹਦੇ 'ਚ ਭਾਈ ਮੰਝ ਦੀ ਸਾਖੀ 'ਚ ਲਿਖਿਆ ਵੀ ਉੱਥੇ ਡਿਊੜੀਦਾਰ ਪਹਿਰੇਦਾਰ। ਕਹਿੰਦਾ ਵੀ ਹਾਂ ਕਿਵੇਂ? ਜਪਜੀ ਸਾਹਿਬ ਆਉਂਦਾ ਹੀ ਉਹ, ਚੱਲ ਸੁਣਾ। ਜੇ ਸੁਣਾਉਂਗੇ ਤਾਂ, ਕਿਉਂਕਿ ਹੋਰ ਆਇਡੈਂਟੀਫਿਕੇਸ਼ਨ ਪ੍ਰੂਫ ਹੀ ਨਹੀਂ, ਡੰਡੀ ਕਾਰਡ ਕਿਹੜਾ? ਬਾਣੀ ਦਾ ਹੀ ਹੈ। ਤੋ ਗੁਰੂ ਸਾਹਿਬ ਕਿਰਪਾ ਕਰਨ। ਆਓ ਪਿਆਰ ਸਤਿਕਾਰ ਨਾਲ ਇਤਿਹਾਸ ਵਿੱਚ ਚਿੱਤ ਜੋੜੋ ਜੀ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਨ ਕਰ ਦਿਆਲ ਦਾਸ ਭਾਮਨ। ਸੁਣ ਕੇ ਭਾਈ ਦਿਆਲ ਦਾਸ ਜੀ ਚੁੱਪ ਕਰ ਗਏ। ਕੀਤਕ ਚਿਰ ਮੈਂ ਗਮਨ ਉਪਾਉਨ। ਕਿੰਨੇ ਕੋ ਚਿਰ ਬਾਅਦ ਆਪਣੇ ਘਰ ਨੂੰ ਵਾਪਸ ਚਲੇ ਗਏ। ਪਛਤਾਪ ਕਰਤ ਚਲ ਗਇਓ। ਪਛਤਾਪ ਕਰਦਾ ਹੋਇਆ ਵਾਪਸ ਜਾ ਰਿਹਾ ਹੈ। ਗੁਰ ਕੇ ਸੰਗਾ ਬੇਰਸ ਬਹੁ ਪਇਓ। ਇਹ ਸੋਚ ਰਿਹਾ ਹੈ ਕਿ ਗੁਰੂ ਜੀ ਦੇ ਮਿਲਣ ਤੋਂ ਖੁਸ਼ੀ ਹੋਣੀ ਚਾਹੀਦੀ ਸੀ, ਪਰ ਬੇਰਸੀ ਹੋ ਗਈ ਹੈ। ਤਬ ਤੇ ਸ੍ਰੀ ਪ੍ਰਭ ਰੁਖ ਨ ਮਿਲਾਇਓ। ਤਦੋਂ ਤੋਂ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਆਪਦਾ ਰੁਖ ਹੈ
ਉਹਦੇ ਨਾਲ ਨਹੀਂ ਮਿਲਾਇਆ। ਨਹਿ ਸਾਦਰ ਕਬ ਨਿਗਟ ਟਕ ਬਿਠਾਇਓ। ਕਦੀ ਸਤਿਕਾਰ ਦੇ ਨਾਲ ਬੁਲਾ ਕੇ ਉਹਨੂੰ ਆਪਣੇ ਨਜ਼ਦੀਕ ਨਹੀਂ ਬਿਠਾ ਲਿਆ। ਭਗਤੂ ਕਾ ਮਸੰਦ ਤਰ ਨਮੋ। ਮਸੰਦ ਵੈਸੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਥਾਪਨ ਕੀਤੇ ਸੀਗੇ 22 ਮੰਜੀਆਂ, ਪਰ ਚੱਲਦੇ ਚੱਲਦੇ ਗੁਰੂ ਗੋਬਿੰਦ ਸਿੰਘ ਤੱਕ ਆਉਂਦਿਆਂ ਕਰਪਟ ਹੋ ਗਏ। ਜਿਸ ਤਰ੍ਹਾਂ ਕਰਪਸ਼ਨ ਵਾਲਾ ਬੰਦਾ ਹੁੰਦਾ, ਰਿਸ਼ਵਤਖੋਰ, ਜੀਵਨ ਦੇ ਵਿੱਚ ਨਿਘਾਰ ਆ ਗਿਆ ਤੇ ਇਹ ਜਿਹੜਾ ਅੱਖਰ ਸੀਗਾ ਇਹਦਾ ਸਤਿਕਾਰ ਖਤਮ ਹੋ ਗਿਆ। ਜਦ ਕਿਸੇ ਨੂੰ ਮਖੌਲ ਦੇ ਨਾਲ ਨਿਗਰਿਆ ਕਹਿਣਾ ਹੋਵੇ ਤਾਂ ਮਸੰਦ ਕਹਿ ਕੇ, ਮਾਰੇ ਕਹਿੰਦੇ ਮਸੰਦ ਹੈ ਓਏ, ਭਗਤੋਂ ਕਾ ਮਸੰਦ ਹੈ, ਤੇ ਰੱਬ ਬਚਾਏ ਇਹਨਾਂ ਮਸੰਦਾਂ ਤੋਂ। ਇਉਂ ਮਹਾਰਾਜ ਨੇ ਕਹਿ ਕੇ ਤੇ ਉਹਨੂੰ ਪਰੇ ਰੱਖਣਾ। ਨਾਹਿਨ ਗਮਨੇ ਸਕੇ ਤਾਮੋ। ਇਹਦੇ ਘਰ ਗੁਰੂ ਸਾਹਿਬ ਮਹਾਰਾਜ ਨਹੀਂ ਗਏ। ਭਗਤੂ ਸੁਤ ਗੌਰਾ ਇੱਕ ਪਾਇਓ। ਇੱਕ ਭਾਈ ਭਗਤੂ ਜੀ ਦਾ ਸੁਪੁੱਤਰ ਹੋਇਆ ਭਾਈ ਜੀਵਨ ਜੀ, ਜਿਹੜਾ ਗੁਰੂ ਹਰਿ ਸਾਹਿਬ ਜੀ ਦੇ ਬਚਨ ਮੁਤਾਬਕ ਕਿਸੇ ਦੀ ਜਾਨ ਬਚਾਉਣ ਖਾਤਰ ਬ੍ਰਾਹਮਣ ਦੇ ਲੜਕੇ ਦੀ ਜਾਨ ਬਚਾਈ ਤੇ ਉਹ ਆਪ ਚੜ੍ਹਾਈ ਕਰ ਗਏ ਸਨ। ਇਹ ਦੂਜੇ ਭਾਈ ਗੌਰਾ ਜੀ ਸਨ। ਤਿਸ ਤੇ ਦਿਆਲ ਦਾਸ ਉਪਜਾਇਓ। ਭਾਈ ਭਗਤੂ ਦਾ ਪੁੱਤਰ ਸੀ ਭਾਈ ਗੌਰਾ ਤੇ ਭਾਈ ਗੌਰੇ ਦਾ ਪੁੱਤਰ ਸੀ ਭਾਈ ਦਿਆਲ ਦਾਸ। ਭਗਤੂ ਸੁਤਾ ਦੂਸਰ ਪਾ ਜੀਵਨ। ਭਾਈ ਭਗਤੂ ਦਾ ਦੂਜਾ ਪੁੱਤਰ ਭਾਈ ਜੀਵਨ ਸੀ। ਸ੍ਰੀ ਹਰਿ ਰਾਏ ਨਿਕਟ ਦੇ ਜੀਵਨ। ਜਿਸ ਵਕਤ ਬੇਨਤੀ ਹੋਈ, ਬ੍ਰਾਹਮਣ ਨੇ ਆਖਿਆ ਜੀ ਮੇਰਾ ਮੁੰਡਾ ਮਰ ਗਿਆ ਤੇ ਕਿਰਪਾ ਕਰੋ ਜਿਉਂਦਾ ਕਰੋ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦਾ ਹੁਕਮ ਮੰਨਣਾ ਚਾਹੀਦਾ, ਪਰ ਹਜ਼ੂਰੀ ਵਾਲੇ ਸਿੱਖਾਂ ਨੇ ਸਿਫਾਰਿਸ਼ ਪਾਤੀ। ਫਿਰ ਮਹਾਰਾਜ ਕਹਿੰਦੇ ਚਲੋ ਪੁੱਤ ਫਿਰ ਆਪ ਦੀ ਜਾਨ ਦਿਓ, ਕੋਈ ਕਰ ਦਿੰਨੇ ਆ ਜਿਉਂਦਾ। ਮੁੜ ਕੇ ਸਾਰੇ ਚੁੱਪ। ਬ੍ਰਾਹਮਣ ਨੂੰ ਆਖਿਆ ਚੱਲ ਤੂੰ ਹੀ ਜਾਣ ਦੇ, ਪਿਓ ਤਾਂ ਸਹੀ ਆ ਪਰ ਪੁੱਤ ਬਦਲੇ ਨਾ ਮਾਂ ਮਰ ਸਕਦੀ ਨਾ ਪਿਓ ਮਰ ਸਕਦਾ, ਮਹਾਰਾਜ ਮਾਫ ਕਰੋ। ਤੇ ਇਹਨੇ ਸੋਚਿਆ ਵੀ ਮਨਾ ਗੁਰੂ ਘਰ ਅਰਦਾਸ ਹੋ ਰਹੀ ਹੈ, ਇਹ ਤਾਂ ਫਿਰ ਮਖੌਲ ਬਣ ਜਾਊਗਾ ਵੀ ਮਹਾਰਾਜ ਦਾ ਬਚਨ ਹੀ ਨਹੀਂ ਕਿਸੇ ਮੰਨਿਆ, ਇਹਨੂੰ ਕਿਸੇ ਨੇ ਆਖਿਆ ਔਖਿਆ ਨਹੀਂ ਹੈ। ਇਹ ਪਛਾਂ ਪਿੱਛੇ ਜੇ ਬੈਠਾ ਹੋਇਆ ਸੀਗਾ, ਸੇਵਾ ਕਰਦਾ ਕਰਦਾ ਪਤਾ ਨਹੀਂ ਫਿਰਦਾ ਫਿਰਉਂਦਾ ਕਿੱਧਰੋਂ ਆਇਆ, ਮਗਰ ਜੇ ਬੈਠ ਗਿਆ, ਕਥਾ ਸੁਣੀ ਗਿਆ। ਜਦ ਇਹਨੇ ਵੇਖਿਆ ਵੀ ਇਹ ਸਾਰੀ ਡਿਸਕਸ਼ਨ ਹੋ ਰਹੀ, ਕੋਈ ਬਚਨ ਮੰਨਣ ਨੂੰ ਤਿਆਰ ਨਹੀਂ ਆ, ਇਹ ਚੁੱਪ ਚਪੀਤਾ ਉੱਠ ਕੇ ਪਛਾਣ ਨੂੰ ਨਿਕਲ ਗਿਆ। ਆਪੇ ਹੀ ਪਤਾ ਨਹੀਂ ਕਿੱਥੇ ਇਸ਼ਨਾਨ ਸ਼ਨੂਨ ਕਰਕੇ ਤੇ ਜਪਜੀ ਸਾਹਿਬ ਕਰਕੇ ਚਾਦਰ ਲੈ ਕੇ ਲੇਟ ਗਿਆ। ਕਹਿੰਦਾ ਮਹਾਰਾਜ ਮੈਂ ਅਰਦਾਸ ਕਰਦਾ ਵੀ ਆਪ ਮੇਰੀ ਭੇਟਾ ਪ੍ਰਵਾਨ ਕਰੋ। ਉਸੇ ਵਕਤ ਹੀ ਉਹਦਾ ਮੁੰਡਾ ਉੱਠ ਕੇ ਬਹਿ ਗਿਆ। ਇੱਕਦਮ ਮਹਾਰਾਜ ਜੀ ਬੋਲੇ, ਕਹਿੰਦੇ ਸਾਡੇ ਕਿਹੜੇ ਪੁੱਤਰ ਨੇ ਸਾਡਾ ਬਚਨ ਮੰਨਿਆ, ਜਾਓ ਲੱਭੋ ਭਾਈ। ਬੜਾ ਲੱਭਿਆ ਚਾਰ ਸਵੇਰੇ, ਇਹ ਕਿਤੇ ਇੱਧਰ ਜੰਗਲ ਵੇਲੇ 'ਚ ਕਿਤੇ ਲੰਮੇ ਪਿਆ ਮਿਲ ਗਿਆ। ਜਦ ਸਿਰ ਤੋਂ ਕੱਪੜਾ ਲਾਇਆ ਤੇ ਰਾਮ ਨਾਮ ਸਤ ਹੈ, ਰੱਬ ਦਾ ਨਾਮ ਰਹਿ ਗਿਆ, ਸਰੀਰ ਚਲਾ ਗਿਆ। ਗੁਰੂ ਸਾਹਿਬ ਬੜੇ ਵਿਰਾਗ 'ਚ ਆਏ, ਬੜੇ ਵਰ ਦਿੱਤੇ ਸੀ ਭਾਈ ਜੀਵਨ ਨੂੰ ਵੀ ਤੇਰੀ ਮਾਂ ਸੋ ਉਹ ਧਨ ਹੈ ਜਿਹਨੇ ਤੈਨੂੰ ਜਨਮ ਦਿੱਤਾ, ਤੇਰੀ ਕੁੱਲ ਸਫਲ ਹੋ ਗਈ ਭਾਈ ਜੀਵਨ, ਤੂੰ ਸਾਡਾ ਬਚਨ ਮੰਨਿਆ। ਮਰ ਕਹਿੰਦੇ ਜਾਓ ਨਕੰਮਿਓ। ਅਰਦਾਸਾਂ ਕਰਨ ਨੂੰ ਸਾਰੇ ਸ਼ੇਰ ਨੇ, ਜਦ ਗਾਂ ਕੋਈ ਮੈਦਾਨ ਦੇ ਵਿੱਚ ਨਿਤਰਨ ਦੀ ਗੱਲ ਆਉਂਦੀ ਫਿਰ ਸਾਰੇ ਚੁੱਪ ਕਰ ਜਾਂਦੇ। ਜਦ ਬੰਦਾ ਅਰਦਾਸ ਨਾ ਕਰੇ ਤੇ ਜਾਂ ਫਿਰ ਸਿੱਧਾ ਹੋ ਕੇ ਵਿੱਚ ਸ਼ੇਰ ਪਾਏ। ਤੋ ਇਸ ਲਈ ਕਿਸੇ ਦੀ ਜ਼ਿੰਦਗੀ ਦੀ ਅਰਦਾਸ ਕਰਨੀ, ਮਰੇ ਬੰਦੇ ਨੂੰ ਖੜਾ ਕਰਨਾ, ਜਿਹੜੀ ਬਿਰਤੀ ਹੈ ਬਹੁਤ ਵੇਗ ਦੇ ਵਿੱਚ ਜਾਂਦੀ ਹੈ। ਕਰਾਮਾਤ ਕੋਈ ਸੌਖੀ ਨਹੀਂ। ਗੁਰੂ ਘਰ ਦੇ ਵਿੱਚ ਕਰਾਮਾਤ ਕਹਿਰ ਦਾ ਨਾਮ ਹੈ। ਅਰਦਾਸ ਜਿਹੜੀ ਪਿਆਰ ਨਾਲ ਹੋਵੇ ਉਹ ਮੰਨੀ ਜਾਂਦੀ ਹੈ, ਪਰ ਸ਼ਰਧਾ ਪ੍ਰੇਮ ਹੋਣਾ ਚਾਹੀਦਾ। ਤੋ ਇੰਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਿਆਰ ਕੀਤਾ ਸੀ। ਵਿਪਰ ਪੁੱਤਰ ਕੋ ਤਬੈ ਜਿਵਾਇਓ। ਮਰੇ ਹੋਏ ਬ੍ਰਾਹਮਣ ਦੇ ਮੁੰਡੇ ਨੂੰ ਸਤਿਗੁਰੂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਜੀ ਨੇ
ਜਿਵਾਉਣਾ ਕੀਤਾ। ਤਿਸ ਕੋ ਬੰਸ ਅਦਕ ਬਿਰਧਾਇਓ। ਪਰ ਉਸ ਦੀ ਵੰਸ਼ ਬਹੁਤੀ ਜ਼ਿਆਦੀ ਵਧਾਉਣਾ ਕੀਤੀ। ਗ੍ਰਾਮ ਚੱਕ ਤਿਸ ਮੈਂ ਕਰ ਬਾਸਾ। ਚੱਕ ਨਾਮੀ ਪਿੰਡ ਦੇ ਵਿੱਚ ਉਹਨਾਂ ਦਾ ਵਾਸਾ ਹੈ। ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕੀਤਾ, ਉਹਦੀ ਵੰਸ਼ ਵਧਾਈ। ਚੱਕ ਨਾਮੀ ਪਿੰਡ ਦੇ ਵਿੱਚ ਉਹ ਵਸਦੇ ਨੇ। ਸੋ ਚੱਲ ਕਰ ਆਏ ਗੁਰ ਪਾਸਾ। ਉਹ ਚੱਲ ਕੇ ਗੁਰੂ ਜੀ ਦੇ ਪਾਸ ਆਏ। ਖੰਡੇ ਕੀ ਪਾਹੁਲ ਤਿਨ ਲੀਨੀ। ਖੰਡੇ ਦੀ ਪਾਹੁਲ ਉਹਨਾਂ ਨੇ ਲੈਣਾ ਕੀਤੀ। ਖੁਸ਼ੀ ਗੁਰੂ ਕੀ ਜਿਸ ਬਿਦ ਚੀਨੀ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਨੂੰ ਜਾਣਿਆ। ਰਾਮ ਸਿੰਘ ਇਕ ਨਾਮ ਤਰਾਇਓ। ਜਿਸ ਵੀ ਵਿਧੀ ਨਾਲ ਗੁਰੂ ਜੀ ਦੀ ਖੁਸ਼ੀ ਜਾਣੀ, ਤੇ ਇਉਂ ਭਾਈ ਜੀਵਨ ਜੀ ਦੀ ਕੁਲ ਵਿੱਚੋਂ ਇੱਕ ਭਾਈ ਰਾਮ ਸਿੰਘ ਸੀਗਾ, ਜਿਹਦਾ ਨਾਮ ਭਾਈ ਰਾਮ ਸਿੰਘ ਧਰਵਾਇਆ, ਤੇ ਉਹ ਆਇਆ। ਦੂਸਰ ਫਤਿਹ ਸਿੰਘ ਮਨ ਪਾਇਓ। ਦੂਜੇ ਦਾ ਨਾਮ ਸੀ ਭਾਈ ਫਤਿਹ ਸਿੰਘ ਜੀ ਮਨ ਪਾਉਂਦਾ। ਇੱਕ ਮਾਤਾ ਤੇ ਦੋਨੋਂ ਪਾਈ। ਇੱਕੋ ਹੀ ਮਾਤਾ ਤੋਂ ਦੋਨੇ ਭਰਾ ਹੋਏ। ਦੋ ਬਿਮਾਤ ਤੇ ਦਿਉ ਬਤਾਈ। ਭਾਈ ਰਾਮ ਸਿੰਘ ਤੇ ਭਾਈ ਫਤਿਹ ਸਿੰਘ ਜੀ ਇੱਕ ਮਾਤਾ ਤੋਂ ਹੋਏ। ਇੱਕ ਮਤਰਈ ਮਾਂ ਉਹਨਾਂ ਤੋਂ ਵੀ ਦੱਸਦੇ ਹਾਂ। ਬਖਤੂ ਸਿੰਘ ਯਾਰ ਤਖਤੂ ਸਿੰਘ। ਦੋ ਪੁੱਤਰ ਹੋਰ ਸੀ ਇਹਨਾਂ ਦੇ ਭਰਾ, ਭਾਈ ਬਖਤੂ ਸਿੰਘ ਤੇ ਭਾਈ ਤਖਤੂ ਸਿੰਘ। ਸੁਤ ਜੀਵਨ ਚਾਰੋ ਜਨ ਸਿੰਘ। ਭਾਈ ਗੌਰੇ ਦਾ ਪੁੱਤ ਤਾਂ ਸੀ ਦਿਆਲ ਦਾਸ, ਤੇ ਭਾਈ ਜੀਵਨ ਦਾ ਇਹਨਾਂ ਦੀ ਕੁਲ ਦੇ ਵਿੱਚੋਂ ਸੀ ਭਾਈ ਰਾਮ ਸਿੰਘ ਤੇ ਭਾਈ ਫਤਿਹ ਸਿੰਘ। ਦੂਜੀ ਮਾਤਾ ਤੋਂ ਭਾਈ ਤਖਤੂ ਸਿੰਘ ਤੇ ਭਾਈ ਬਖਤੂ ਸਿੰਘ। ਇਹ ਚਾਰੇ ਸਿੰਘ ਭਾਈ ਜੀਵਨ ਜੀ ਦੇ ਪੁੱਤਰ ਜਾਣਨਾ ਕਰੋ। ਨਿਕਟ ਗ੍ਰਾਮ ਮੈਨ ਕੋ ਬਾਸਾ। ਭਾਈ ਕਾ ਦਿਆਲਪੁਰਾ ਜਾਂ ਪੁੱਚੋ ਪਿੰਡ ਦੇ ਨਾਲ ਹੀ ਇਹਨਾਂ ਦਾ ਨਿਵਾਸ ਸੀਗਾ। ਭਾਈ ਭਗਤੂ ਜੀ ਦੇ ਨਾਮ ਦੇ ਵੀ ਨਗਰ ਹੈ, ਜਿਹਦਾ ਨਾਮ ਹੈ ਭਾਈ ਭਗਤਾ। ਆਵਤ ਜਾਤ ਰਹੇ ਗੁਰ ਪਾਸਾ। ਆਉਂਦਿਆਂ ਜਾਂਦਿਆਂ ਗੁਰੂ ਜੀ ਦੇ ਪਾਸ ਰਹਿੰਦੇ। ਕਿਤਕ ਮਾਸ ਸਤ ਗੁਰੂ ਬਿਰਤਾਏ। ਕਿੰਨੇ ਕੁ ਮਹੀਨੇ ਸਤਿਗੁਰੂ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਬਤਾਏ। ਚੌਂਦਿਸ ਤੇ ਸਿੱਖ ਦਰਸ਼ਨ ਆਏ। ਸਾਧ ਸੰਗਤ ਜੀਓ, ਚਾਰੇ ਪਾਸਿਆਂ ਤੋਂ ਸਿੱਖ ਦਰਸ਼ਨਾਂ ਵਾਸਤੇ ਆਉਂਦੇ ਸਨ। ਨਰ ਨਾਰਨ ਕੀ ਭੀੜ ਹਮੇਸ਼ਾ। ਇਸਤਰੀਆਂ ਮਨੁੱਖਾਂ ਦੀ ਬਹੁਤ ਜ਼ਿਆਦੀ ਭੀੜ ਰਹਿੰਦੀ ਹੈ ਹਮੇਸ਼ਾ ਗੁਰੂ ਜੀ ਦੇ ਦੁਆਰੇ ਤੇ। ਨਿਤ ਦਰਸ਼ਨ ਕੇ ਮਿਲੈ ਵਸੇਸ। ਦਰਸ਼ਨਾਂ ਵਾਸਤੇ ਵਿਸ਼ੇਸ਼ ਤੌਰ ਤੇ ਸੰਗਤਾਂ ਮਿਲਦੀਆਂ। ਨਾਨਾ ਬਿਦ ਕੀ ਆਨੇ ਅਕੋਰ। ਅਨੇਕ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਹਾਜ਼ਰ ਹੁੰਦੀਆਂ। ਕਰੈ ਸਮਰਪਣ ਜੁਗ ਕਰ ਛੋਰਾ। ਦੋਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਚ ਭੇਟਾ ਅਰਪਣ ਕਰਦੀਆਂ। ਭਾਈ ਦਿਆਲ ਦਾਸ ਨੇ ਇੱਕ ਵਾਰ ਲੰਗਰ ਤਿਆਰ ਕਰਕੇ ਗੁਰੂ ਜੀ ਨੂੰ ਬੇਨਤੀ ਕੀਤੀ, ਤੇ ਮਹਾਰਾਜ ਕਹਿੰਦੇ ਵੀ ਇਹਦੇ ਘਰ ਨਹੀਂ ਜਾਣਾ, ਇਹਦਾ ਲੰਗਰ ਨਹੀਂ ਛਕਣਾ। ਇਹਦੇ ਪਿੰਡ ਦੇ ਵਿੱਚੋਂ ਦੀ ਲੰਘਣ ਲੱਗੇ ਸੀ ਤੇ ਘੋੜੇ ਨੂੰ ਪਿਆਸ ਲੱਗੀ। ਘੋੜੇ ਨੇ ਪਾਣੀ ਨਹੀਂ ਪੀਤਾ। ਕਿਉਂ ਨਹੀਂ ਪੀਤਾ? ਮਹਾਰਾਜ ਕਹਿੰਦੇ ਪਤਾ ਤੁਹਾਨੂੰ ਕਿਉਂ ਨਹੀਂ ਪੀਤਾ? ਕਹਿੰਦੇ ਜੀ ਨਹੀਂ। ਕਹਿੰਦੇ ਨਗੁਰਾ ਬੰਦਾ ਇੱਥੇ ਰਹਿੰਦਾ ਜੀ, ਮਸਾਂ ਦੇ ਗੁਰੂ ਘਰ ਦਾ, ਖਾਂਦਾ ਗੁਰੂ ਘਰ ਦਾ, ਤੇ ਮੰਨਦਾ ਕੋਈ ਹੈ ਨਹੀਂ। ਦੱਸੋ ਕਿੱਡੀ ਹੈਰਾਨੀ ਦੀ ਗੱਲ ਹੈ। ਜਦੋਂ ਇਸ ਤਰ੍ਹਾਂ ਝਾੜ ਝੰਬ ਕੀਤੀ, ਹੁਣ ਬੰਦੇ ਨੂੰ ਮਾੜਾ ਮੋਟਾ ਤੇ ਆਉਂਦਾ ਹੀ ਹੈ। ਫਿਰ ਉਹਨੇ ਵੇਖਿਆ ਵੀ ਮਹਾਰਾਜ ਇਹਨੇ ਨਾਰਾਜ਼ ਨੇ। ਫਿਰ ਕਹਿੰਦਾ ਜੀ ਮਾਫ਼ ਕਰੋ। ਕਹਿੰਦੇ ਮਾਫ਼ੀ ਮੂਫੀ ਨਹੀਂ ਹੈ। ਗੁਰੂ ਜੀ ਬੜੇ ਸਟਿਕ ਸਨ। ਅੰਮ੍ਰਿਤ ਛਕ ਪੁੱਤ। ਕਹਿੰਦਾ ਜੀ ਛਕਾ ਦਿਓ ਫਿਰ। ਹੋਰ ਕਹਿੰਦੇ ਇਕੱਲੇ ਨੂੰ ਥੋੜੋ, ਆਪ ਦਾ ਟੱਬਰ ਲੈ ਕੇ ਆ। ਫਿਰ ਨੇ ਅੰਮ੍ਰਿਤ ਛਕਿਆ ਸੀਗਾ। ਜਿਹੜਾ ਲੰਗਰ ਸੀਗਾ ਇਹਦਾ ਬਣਿਆ ਛੱਡਤਾ ਸੀ ਮਹਾਰਾਜ ਨੇ। ਭਾਈ ਰਾਮ ਸਿੰਘ ਨੂੰ ਕਹਿੰਦਾ ਵੀ ਤੂੰ ਹੀ ਮਹਾਰਾਜ ਨੂੰ ਆਖ। ਮਹਾਰਾਜ ਕਹਿੰਦੇ ਆਪਾਂ ਨਹੀਂ ਛਕਣਾ।
ਵੀ ਕਹਿੰਦੇ ਹੁਣ ਕੀ ਕਰੀਏ, ਕਹਿੰਦੇ ਗੱਡੇ ਤੇ ਲੱਦ ਲੈ। ਜਦੋਂ ਅੰਮ੍ਰਿਤ ਛਕਿਆ ਕਹਿੰਦੇ ਆਪਾਂ ਤਾਂ ਅੰਮ੍ਰਿਤਧਾਰੀਆਂ ਦੇ ਹੱਥੋਂ ਛਕਦੇ ਹਾਂ ਬਈ। ਜਦ ਅੰਮ੍ਰਿਤ ਛਕ ਲਿਆ ਫਿਰ ਕੀ ਪਤਾ ਕਿੰਨੇ ਕੁ ਦਿਨਾਂ ਦਾ ਵਿਆਹ ਹੋ ਗਿਆ, ਗੱਡੇ ਤੇ ਲੱਦਿਆ। ਫਿਰ ਗੁਰੂ ਸਾਹਿਬ ਕਹਿੰਦੇ ਲਿਆ ਤੂੰ ਉਹਦੇ ਲੰਗਰ, ਕਹਿੰਦਾ ਸੀ ਓਏ ਕਿੱਥੇ ਆ ਲੰਗਰ? ਕਹਿੰਦਾ ਜੀ ਉਹ ਤੇ ਕਿੰਨੇ ਦਿਨਾਂ ਦਾ ਹੋ ਗਿਆ, ਨਵਾਂ ਤਿਆਰ ਕਰਦੇ ਹਾਂ। ਮਾਰੇ ਕਹਿੰਦੇ ਨਹੀਂ ਉਹੀ ਛਕਾਂਗੇ, ਉਹ ਤਾਂ ਤਾਜ਼ਾ ਭਾਈ। ਜਦ ਉਤੋਂ ਕੱਪੜਾ ਕੁਪੜਾ ਲਾਇਆ, ਭਾਂਡਿਆਂ ਤੋਂ ਢੱਕਣ ਉਤਾਰਿਆ ਤੇ ਇੰਨੀ ਵਿੱਚੋਂ ਭਾਫ ਬਾਹਰ ਨਿਕਲੀ ਜਿਵੇਂ ਹੁਣੇ ਬਣਾ ਕੇ ਵਿੱਚ ਪੈਕ ਕੀਤਾ ਹੋਏ। ਉਹੀ ਲੰਗਰ ਫਿਰ ਮਹਾਰਾਜ ਨੇ ਛਕਿਆ ਸੀਗਾ। ਵੇਖ ਲਓ, ਕਈ ਪ੍ਰੇਮੀ ਕਹਿੰਦੇ ਆ ਕਿ ਜੀ ਗੰਗੂ ਗੁਰੂ ਘਰ ਦਾ ਰਸੋਈਆ ਸੀਗਾ। ਮਹਾਂਪੁਰਖਾਂ ਤੋਂ ਮੈਂ ਸੁਣਿਆ ਵੀ ਰਸੋਈਆ ਰਸਾਈਆ ਨਹੀਂ ਸੀਗਾ, ਐਵੇਂ ਲੋਕਾਂ ਨੇ ਗੱਲਾਂ ਬਣਾਈਆਂ ਨੇ। ਉਹ ਤਾਂ ਬ੍ਰਾਹਮਣ ਮੰਗਤਾ ਸੀ, ਗੁਰਦੁਆਰੇ ਦਾ ਮੰਗ ਕੇ ਖਾਣ ਵਾਲਾ ਇੱਕ ਕਰਿੰਦਾ ਸੀਗਾ। ਠੀਕ ਆ, ਸੇਵਾ ਸੁਵਾ ਕੰਮ ਕੁਮ ਕਰਦਾ, ਹੁਣ ਰਸੋਈਆ ਥੋੜ੍ਹਾ ਸੀਗਾ। ਗੁਰੂ ਘਰ ਦਾ ਰਸੋਈਆ ਬ੍ਰਾਹਮਣ ਥੋੜ੍ਹਾ ਸੀ। ਅੰਮ੍ਰਿਤਧਾਰੀ ਸਿੰਘ ਉਹ ਮਹਾਰਾਜ ਦਾ ਉਹ ਲੰਗਰ ਤਿਆਰ ਕਰਦੇ ਹੁੰਦੇ ਸਨ। ਮਾਰੇ ਕਿਸੇ ਦੇ ਹੱਥੋਂ ਖਾਂਦੇ ਨਹੀਂ ਸਨ ਉਸ ਤਰ੍ਹਾਂ। ਇਹ ਤਾਂ ਕਰਿੰਦਾ ਸੀਗਾ, ਮਸੰਦ ਸੀਗਾ। ਇੰਜ ਮਾਤਾ ਜੀ ਨਾਲ ਉਹਦੀ ਜਾਣਕਾਰੀ ਸੀਗੀ, ਉਹਦਾ ਦਿਲ ਖੋਟਾ ਹੋ ਗਿਆ ਮੋਹਰਾਂ ਤੇ। ਪਹਿਲਾਂ ਹੀ ਉਹਦੇ ਮਨ 'ਚ ਸੀ ਬੇਈਮਾਨੀ। ਘੁੰਮੇ ਮਾਸ਼ਕੀ ਦੀ ਝੌਂਪੜੀ ਦੇ ਵਿੱਚੋਂ ਮਾਤਾ ਜੀ ਵਿਚਾਰੇ ਜਿਹੜੇ ਗੁਰਦੁਆਰੇ ਰਹਿਣ ਵਾਲੇ ਭੋਲੇ ਭਾਲੇ ਹੁੰਦੇ ਨੇ, ਤੋ ਮਾਤਾ ਜੀ ਭੋਲੇ ਸੁਭਾਅ ਉਹਦੇ ਆਖੇ ਲਾ ਕੇ ਉਹਦੇ ਨਾਲ ਤੁਰ ਪਏ। ਤੇ ਇੰਜ ਉਹਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੁੱਢ ਬੰਨਿਆ, ਕਾਰਨ ਬਣਿਆ। ਇਹ ਤਾਂ ਚਲੋ ਰੱਬ ਵੱਲੋਂ ਲਿਖਿਆ ਸੀਗਾ। ਸੋ ਕਹਿਣ ਤੋਂ ਮੁਰਾਦ ਹੈ ਕਿ ਕਲਗੀਧਰ ਜੀ ਮਰਿਆਦਾ ਪੁਰਸ਼ੋਤਮ ਸਨ। ਭਾਈ ਦਿਆਲ ਦਾਸ ਦੇ ਉੱਪਰ ਕਿਰਪਾ ਉਦੋਂ ਕੀਤੀ, ਉਹਦਾ ਲੰਗਰ ਵੀ ਉਦੋਂ ਛਕਿਆ ਜਦ ਉਹਨੇ ਅੰਮ੍ਰਿਤ ਛਕ ਕੇ ਗੁਰੂ ਜੀ ਦਾ ਬਚਨ ਮੰਨਿਆ। ਦੋਹਰਾ ਇੱਕ ਦਿਨ ਸਿਰ ਮੁਖ ਤੇ ਕਹਿਓ। ਇੱਕ ਦਿਨ ਦੀ ਤੁਹਾਨੂੰ ਸਾਖੀ ਸੁਣਾਉਣੀ ਆ ਕਿ ਸਤਿਗੁਰੂ ਜੀ ਨੇ ਆਪਣੇ ਸੁਭਾਈ ਮਨਮੁਖ ਤੋਂ ਕੀਆ। ਰਾਮ ਸਿੰਘ ਤਵ ਗ੍ਰਾਮ। ਇਹ ਭਾਈ ਰਾਮ ਸਿੰਘ ਤੇਰੇ ਪਿੰਡ ਨਾ ਚੱਲੀਏ। ਇਹ ਅੰਮ੍ਰਿਤ ਧਾਰੀ ਸਨ, ਇਹਨਾਂ ਅੰਮ੍ਰਿਤ ਛਕ ਲਿਆ। ਉਹਨੇ ਬੁਲਾਇਆ ਤਾਂ ਵੀ ਨਹੀਂ ਉਹਦਾ ਲੰਗਰ ਛਕਿਆ, ਤੇ ਇਹਨੂੰ ਆਪਣੇ ਆਪ ਹੀ ਕਹਿੰਦੇ ਤੁਹਾਡੇ ਪਿੰਡ ਨਾ ਚੱਲੀਏ, ਉੱਥੇ ਸਾਨੂੰ ਦਿਖਾ। ਕਿਉਂਕਿ ਉੱਥੇ ਮੈਂ ਦੇਖਿਆ ਕਿ ਉਹ ਜਿਹੜੀ ਧਰਤੀ ਹੈ ਥੋੜੀ ਰੇਤਲੀ ਕਿਸਮ ਦੀ ਹੈ, ਰਾਜਸਥਾਨ ਨਾਲ ਹੀ ਹੈ, ਤੇ ਉਹ ਰਾਤ ਨੂੰ ਬੜੀ ਠੰਡੀ ਹੋ ਜਾਂਦੀ ਰੇਤ, ਮੌਸਮ ਬੜਾ ਸੁਹਾਵਣਾ ਹੋ ਜਾਂਦਾ। ਕਹਿੰਦੇ ਆਪਾਂ ਖੁੱਲੀ ਜਗ੍ਹਾ ਦਾ ਆਨੰਦ ਲਾਂਗੇ। ਉਤਰਾ ਇੱਕ ਦਵੈ ਨਿਸਾਤਾ ਹੈ। ਇੱਕ ਜਾਂ ਦੋ ਰਾਤਾਂ ਅਸੀਂ ਤੇਰੇ ਪਿੰਡ ਗੁਜ਼ਾਰੀਏ, ਸਾਡੇ ਮਨ ਵਿੱਚ ਆਇਆ। ਦੇਖੈ ਕਸ ਅਬਰਾਮ। ਜਦੋਂ ਦੇ ਆਏ ਆ ਇੱਥੇ ਬੈਠੇ ਆ, ਗੁਰੂ ਜੀ ਵਿਚਰ ਕੇ ਬੜਾ ਖੁਸ਼ ਰਹਿੰਦੇ ਸੀ। ਵੇਖਾਂਗੇ ਭਲਾ ਤੇਰਾ ਪਿੰਡ ਕਿੰਨਾ ਕੁ ਸੋਹਣਾ ਹੈ। ਚੌਪਾਈ ਸੁਣ ਬੋਲਿਓ ਕਰ ਜੋਰ ਸੁਤਾਬੈ। ਤਦੋਂ ਭਾਈ ਰਾਮ ਸਿੰਘ ਜਿਹੜਾ ਭਾਈ ਜੀਵਨ ਜੀ ਦਾ ਸੁਪੁੱਤਰ ਸੀਗਾ, ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਸਿਕਤਾ ਕਾਨੂੰ ਦੇ ਸੇਤ ਸਾਵੈ। ਮਹਾਰਾਜ ਇਧਰ ਸਾਰੇ ਰੇਤ ਹੀ ਰੇਤ ਹੈ। ਇੱਕ ਵਾਰ ਸਿਖਰ ਦੁਪਹਿਰੇ ਮਰਗ ਦਾ ਭੋਗ 1:30 2 ਵਜੇ ਪੈਂਦਾ, ਤੇ ਮੈਨੂੰ ਯਾਦ ਹੈ ਮੇਰਾ ਸੁਭਾਅ ਹੈ ਵੀ ਕਿਸੇ ਨੂੰ ਪੁੱਛੀਦਾ ਨਹੀਂ ਵੀ ਤੂੰ ਕੇਸੀ ਇਸ਼ਨਾਨ ਕੀਤਾ ਜਾਂ ਕੁਛ ਵੀ, ਤੇ ਦਸਤਾਰ ਵੀ ਕਈਆਂ ਦੀ ਪੂਰੀ ਨਹੀਂ ਹੁੰਦੀ, ਕਈ ਵਾਰ ਕੇਸ ਵੀ ਕਟਾਏ ਹੁੰਦੇ। ਆਨੇ ਬਾਨੇ ਆਪ ਹੀ ਮਹਾਰਾਜ ਦਾ ਸਰੂਪ ਸੀਸ ਤੇ ਉਠਾ ਲਈਦਾ। ਕਥਾ ਕੀਤੀ, ਸਹਿਜ ਪਾਠ ਦਾ ਭੋਗ ਪਿਆ, ਕਥਾ ਕੀਤੀ, ਸਰੂਪ ਮਹਾਰਾਜ ਦਾ ਬਿਰਾਜਮਾਨ ਕਰ ਲਿਆ। ਨੰਗੇ ਪੈਰ ਇੰਨੀ ਰੇਤ ਤਪੇ ਜਿਸ ਤਰ੍ਹਾਂ ਭੁੱਬਲ 'ਚ ਪੱਠ 'ਚ ਦਾਣੇ ਪੁੱਜਦੇ ਨੇ, ਇਸ ਤਰ੍ਹਾਂ ਪੈਰ ਪੁੱਜੇ। ਮੈਂ ਤੇ ਅਰਦਾਸਾਂ ਕਰਾਂ ਵੀ ਮਹਾਰਾਜ ਅੱਜ ਪਹੁੰਚਾ ਦੇ, ਵੀ ਅੱਗੇ ਤੋਂ ਕੁਝ ਸੋਚ ਸਮਝ ਕੇ ਤੇਰੀ ਸੇਵਾ 'ਚ ਹਾਜ਼ਰ ਹੋਵਾਂਗੇ। ਤੇ ਬਹੁਤ ਮੁਸ਼ਕਲ, ਬਹੁਤ ਹੀ ਮੁਸ਼ਕਲ, ਇੰਨੀ ਰੇਤ ਤਪਦੀ ਸੀਗੀ। ਅਜੇ ਦੁਪਹਿਰ ਦਾ ਸਮਾਂ, ਤੋਂ ਗਰਮੀਆਂ ਦੇ ਦਿਨ ਸਨ। ਉਦੋਂ ਦਾ ਮੈਨੂੰ ਯਾਦ ਹੈ ਵੀ ਇਹ ਜਿਹੜਾ ਇਲਾਕਾ ਹੈ ਇੱਥੇ ਪੈਰ ਬੰਦਾ ਸੋਚ ਸਮਝ ਕੇ ਧਰੇ। ਇਹ ਰੇਤਲਾ ਇਲਾਕਾ ਹੈ। ਤੀਖਣ ਤੇਜ ਤਪਨ ਕੋ ਪਾਏ। ਇੰਨੀ ਬੁਰੀ ਹਾਲਤ ਹੋ ਗਈ ਵੀ ਆਉਂਦੀ ਬਾਕੀ ਠੰਡੇ ਪਾਣੀ ਨਾਲ ਪੈਰ ਧੋ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਕੋਈ ਜੁੱਤੀ ਜੱਤੀ ਦਿਓ।
ਤੇ ਬੜੀ ਮੁਸ਼ਕਲ ਜੁੱਤੀ ਪਾ ਕੇ ਫਿਰ ਵਾਪਸ ਪਹੁੰਚੇ। ਛਾਲੇ ਹੀ ਛਾਲੇ ਜੁੱਤੀ ਹੁਣ ਜਿਸ ਨੇ ਕਦੀ ਲਾਈ ਨਾ ਹੋਵੇ ਤੁਰਨਾ ਔਖਾ ਹੋ ਜਾਂਦਾ। ਤੋ ਇੰਜ ਕਹਿੰਦੇ ਨੇ ਜੀ ਜਿਹੜੀ ਰੇਤ ਹੈ ਉਹ ਤੇਜ਼ ਧੁੱਪ ਦੇ ਨਾਲ ਤਪ ਜਾਂਦੀ ਹੈ, ਤੇ ਜਦੋਂ ਚੰਦਰਮਾ ਹੋਵੇ ਰਾਤ ਹੋਵੇ ਉਦੋਂ ਠੰਡੀ ਹੋ ਜਾਂਦੀ ਹੈ। ਸਮੁੰਦਰ ਦੇ ਕਿਨਾਰੇ ਵੀ ਐਸਾ ਹੀ ਹੈ। ਜਹ ਕਹਤੇ ਦੀਰਘ ਤਪਤਾਏ, ਜਿੱਥੇ ਕਿਤੇ ਧੁੱਪ ਦੇ ਵਿੱਚ ਤਪ ਜਾਂਦੀ ਹੈ। ਬਹੁਰ ਸਮੀਰ ਆਦੀ ਰਜਵਾਰੀ, ਫਿਰ ਮਹਾਰਾਜ ਇੰਨੀ ਤੇਜ਼ ਹਨੇਰੀ ਚੱਲਦੀ ਹੈ ਵੀ ਅੱਖਾਂ ਰੇਤ ਨਾਲ ਭਰ ਜਾਂਦੀਆਂ ਨੇ। ਕਰੈ ਉਡਾਵਨ ਗਗਨ ਮਜਾਰੀ, ਜਿਹੜਾ ਰੇਤ ਨੂੰ ਆਕਾਸ਼ ਵਿੱਚ ਉਡਾ ਕੇ ਲੈ ਜਾਂਦੀ ਹੈ। ਬਹਿ ਵੇਗ ਤੇ ਬਹੁ ਦੁਖਦਾਈ, ਬੜੇ ਵੇਗ ਦੇ ਨਾਲ ਚੱਲਦੀ ਹੈ, ਬੜੀ ਦੁਖਦਾਇਕ ਹੁੰਦੀ ਹੈ ਜੀ। ਐਸੇ ਦੇਸ ਗ੍ਰਾਮ ਸਥਾਈ, ਇਹੋ ਜਿਹਾ ਦੇਸ਼ ਹੈ ਸਾਡਾ ਜੀ, ਇਹੋ ਜਿਹੇ ਇਲਾਕੇ 'ਚ ਸਾਡਾ ਪਿੰਡ ਹੈ ਜੀ। ਸ੍ਰੀ ਪ੍ਰਭ ਕਹਿਓ ਕਰਿਜਹ ਤਿਆਰੀ, ਮਹਾਰਾਜ ਕਹਿੰਦੇ ਵੇਖੀਏ ਭਲਾ ਆਪਾਂ ਜਾ ਕੇ ਤਿਆਰੀ ਕਰੋ। ਜਲੈ ਬਿਲੋਕੈਂਗੇ ਇੱਕ ਵਾਰੀ, ਕਹਿੰਦੇ ਜੋ ਮਰਜ਼ੀ ਹੋਵੇ ਇੱਕ ਵਾਰ ਤਾਂ ਚੱਲ ਕੇ ਵੇਖਾਂਗੇ। ਸੁਣ ਕੈ ਹੁਕਮ ਰਾਮ ਸਿੰਘ ਗਇਓ, ਸਾਹਿਬਾਂ ਦਾ ਹੁਕਮ ਸੁਣ ਕੇ ਭਾਈ ਰਾਮ ਸਿੰਘ ਗਿਆ। ਗ੍ਰਾਮ ਵਿਖੈ ਸਭ ਸੋ ਕਹਿ ਦਇਓ, ਪਿੰਡ ਦੇ ਸਾਰੇ ਮੋਹਤਬਾਰਾਂ ਨੂੰ ਬੁਲਾ ਕੇ ਉਹਨੇ ਕਹਿ ਸੁਣਾਇਆ ਵੀ ਗੁਰੂ ਜੀ ਆ ਰਹੇ ਨੇ ਭਾਈ, ਤਿਆਰੀ ਕਰੋ। ਕਰੀਖ ਮਰਿਤ ਮੈਂ ਸਰਦ ਸਥਾਨਾ, ਕੂਲਰ ਕਾਲਰ ਤਾਂ ਉਹਨਾਂ ਦਿਨਾਂ 'ਚ ਕਿੱਥੇ, ਏਸੀਆਂ ਦਾ ਨਾਮ ਨਹੀਂ ਸੀਗਾ। ਰੇਤ ਦੇ ਉੱਪਰ ਹੀ ਥੋੜ੍ਹਾ ਬਹੁਤਾ ਪਾਣੀ ਪੂਣੀ ਛਿੜਕ ਕੇ ਚਾਰ ਸਵੇਰੇ ਚਿੱਕਾਂ ਲਾ ਕੇ ਤੇ ਉਹਨਾਂ ਨੂੰ ਹਵਾਦਾਰ ਠੰਡਾ ਬਣਾਇਆ ਜਾਂਦਾ। ਕਹਿੰਦੇ ਗਰਮੀ ਦੀ ਰੁੱਤ ਦੇ ਵਿੱਚ ਸਰਦਖਾਨੇ ਬਣਾਉਣ ਲੱਗੇ। ਲਗਿਓ ਬਨਾਵਨ ਜਾਨ ਮਹੰਨਾ, ਗੁਰੂ ਜੀ ਦਾ ਆਉਣਾ ਸੁਣ ਕਰਕੇ ਚਾਰ ਸਵੇਰੇ ਕਾਨਿਆਂ ਦੀਆਂ ਚਿੱਕਾਂ ਲਾ ਕੇ ਤੇ ਵਿੱਚ ਪਾਣੀ ਤਰੋਂ ਕੇ ਗਿੱਲਾ ਕਰਕੇ ਉਹਨੂੰ ਠੰਡਾ ਬਣਾਇਆ ਹੈ। ਕਰ ਚਾਰਨ ਚਹੁਓਰਨ ਓਟਾ, ਤੇ ਬੈਠਣ ਵਾਸਤੇ ਛੋਟਾ ਜਿਹਾ ਸਥਾਨ ਗੁਰੂ ਜੀ ਲਈ ਤਿਆਰ ਕੀਤਾ। ਰਾਖਿਓ ਬੈਠਨ ਹਿਤ ਥਲ ਛੋਟਾ, ਛੋਟਾ ਅਸਥਾਨ ਬੈਠਣ ਵਾਸਤੇ ਰੱਖਿਆ ਤਾਂ ਕਿ ਉਹ ਠੰਡਾ ਰਹੇ, ਬਹੁਤਾ ਜ਼ਿਆਦਾ ਵੱਡਾ ਨਹੀਂ ਕੀਤਾ। ਸਿਕਤਾ ਮੋਟਾ ਬੀਚ ਬਿਛਾਵਾ, ਹੇਠਾਂ ਮੋਟੀ ਰੇਤ ਵਿਛਾਈ ਹੈ। ਬਾਰ ਬਾਰ ਜਲ ਤੇ ਛਿੜਕਾਵਾ, ਬਾਰ ਬਾਰ ਜਲ ਦਾ ਛਿੜਕਾਵ ਕੀਤਾ। ਕੋਰੇ ਕੁੰਭ ਨੀਰ ਭਰ ਕਰਕੇ, ਕੋਰੇ ਘੜਿਆਂ ਦੇ ਵਿੱਚ ਜਲ ਭਰ ਕੇ ਰੱਖਿਆ। ਬਹੁ ਸੀਤਲ ਦੀਨੇ ਵਿੱਚ ਧਰ ਕੇ, ਠੰਡੇ ਜਲ ਵਿੱਚ ਭਰ ਕੇ ਤੇ ਉੱਥੇ ਰੱਖ ਦਿੱਤੇ। ਇਤਿਆਦਿਕ ਸਭ ਕਰ ਕੈ ਤਿਆਰੀ, ਇਤਿਆਦਿਕ ਸਾਰੀ ਤਿਆਰੀ ਕਰਕੇ ਨੀਕੇ ਸਤਿਗੁਰ ਹੇਤ ਸੁਧਾਰੀ, ਸੁੰਦਰ ਸਥਾਨ ਗੁਰੂ ਸਾਹਿਬਾਂ ਵਾਸਤੇ ਤਿਆਰ ਕੀਤਾ। ਇੱਕ ਸਿੱਖ ਗੋਦੜੀਆ ਜਿਸ ਨਾਮੂ, ਹਾਂ ਇੱਕ ਸਿੱਖ ਜਿਸ ਦਾ ਨਾਮ ਹੈ ਭਾਈ ਗੋਦੜੀਆ ਜੀ, ਜਿਸ ਕੇ ਚਰਿਤ ਮਹਾ ਅਬਰਾਮੋ, ਜਿਸ ਦੇ ਕੌਤਕ ਬੜੇ ਮਹਾਨ ਹਨ, ਬੜੇ ਸੁੰਦਰ ਨੇ। ਆਲਪ ਬੈ ਸਮੈ ਆਵਤ ਪਾਇਓ, ਉਹ ਛੋਟੀ ਉਮਰ ਵਿੱਚ ਹੀ ਆਇਆ ਸੀ। ਭਗਤੋ ਪੁੱਤਰਨ ਟਿਗ ਰਹਿ ਗਾਇਓ, ਭਾਈ ਭਗਤੂ ਜੀ ਜੋ ਬ੍ਰਹਮ ਗਿਆਨੀ ਉਹਨਾਂ ਦੇ ਪੁੱਤਰਾਂ ਦੇ ਕੋਲ ਹੀ ਰਹਿ ਪਿਆ ਸੀ। ਗੌਰੇ ਕਹਿ ਕਰ ਕਾਰ ਲਗਾਇਓ, ਭਾਈ ਗੌਰਾ ਜੀ ਨੇ ਕਹਿ ਕੇ ਉਹਨੂੰ ਕਾਰ ਸੇਵਾ ਵਿੱਚ ਲਾ ਦਿੱਤਾ। ਪਨੀਰ ਕੋ ਚਰਸ ਬਹਾਇਓ, ਉਹ ਪਾਣੀ ਦੇ ਖੂਹ ਦੇ ਉੱਪਰ ਚਰਸਾ ਬਹਾਉਣ ਲੱਗਾ। ਅਪਰ ਸੇਵ ਜੋ ਕਹੈ ਕਮਾਵੈ, ਹੋਰ ਜੋ ਕਹਿੰਦਾ ਉਹ ਸੇਵਾ ਕਰਦਾ ਸੀ। ਕਰੈ ਸੰਜ ਲਗ ਜਹਾਂ ਲਗਾਵੈ, ਜਿੱਥੇ ਵੀ ਕੰਮ ਦੇ ਲਵਾ ਦਿੰਦਾ, ਸ਼ਾਮ ਤੱਕ ਉੱਥੇ ਕੰਮ ਕਰਦਾ ਰਹਿੰਦਾ। ਇੱਕ ਦਿਨ ਕਾਸ ਬਾ ਡੱਬੇ ਲਿਆਇਓ, ਇੱਕ ਦਿਨ ਦੀ ਗੱਲ
ਲੈ ਕੇ ਉਹਨੂੰ ਘਾਹ ਕੱਟਣ ਵਾਸਤੇ ਲਾਇਆ। ਤੈ ਸਿਰ ਤੋਲ ਬਾਜਰਾ ਲਿਆਇਓ 10 ਸਿਰ ਬਾਜਰਾ ਘਰੋਂ ਤੋਲ ਕਰਕੇ ਲੈ ਕੇ ਆਂਦਾ। ਇਸ ਤੋਂ ਅਗਲੀ ਸਾਖੀ ਕੱਲ ਨੂੰ ਸਰਵਣ ਕਰਿਓ ਜੀ। ਭੁੱਲ ਚੁੱਕ ਖਿਮਾ ਕਰਨੀ, ਅੱਗੇ ਦੁਸ ਮਤ ਬਖਸ਼ਣੀ। ਇੱਕ ਦਿਨ ਕਾਸ ਬਾਡਬੇ ਲਾਇਓ ਤੈ ਸਿਰ ਤੋਲ ਬਾਜਰਾ ਲਿਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਗੋਬਿੰਦ ਏ ਗੋਪਾਲ ਏ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਏ ਸਮਰਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਬਿਆਨ ਨਾਨਕ ਬਾਰੇ ਉਤਾਰ। ਅਚੁਤ ਹੀ ਪਾਰ ਬ੍ਰਹਮ ਅਬਨਾਸੀ ਅਗਨਾਸ। ਇਹ ਪੂਰਨ ਹੀ ਸਰਬ ਮੈਂ ਦੁਖ ਭੰਜਨ ਗੁਣ ਤਾਸ। ਇਹ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਇਹ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ। ਇਹ ਪਰੰਪਰ ਹਰ ਹਰੇ ਹੈ ਪੀਵੋ ਵਨਹਾਰ। ਇਹ ਸੰਤ ਕੈ ਸਦਾ ਸੰਗ ਨਿਦਾਰਾ ਆਧਾਰ। ਇਹ ਠਾਕੁਰ ਹਉ ਦਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।